हाँ मैनू समझ लग गई सर, कोई नहीं गुस्सा आउंदा सर, मैं चलो जो भी है गुस्सा कढ़ लैन, कोई इशू नहीं है, ठीक है। ਇਹਦੇ ਵਿੱਚ ਸਾਡਾ ਕੋਈ ਰੋਲ ਨਹੀਂ ਹੈਗਾ, ਸਾਡਾ ਕੋਈ ਰੋਲ ਨਹੀਂ ਹੈਗਾ। ਮੈਂ ਅੱਜ ਵੀ ਵਾਰ-ਵਾਰ ਕਹਿਣਾ ਪਿਆ, ਜੋ ਹੋਇਆ ਗਲਤ ਹੋਇਆ, ਬਿਲਕੁਲ ਗਲਤ ਹੋਇਆ। ਜੇ ਇਹ ਮੈਨੂੰ ਪਤਾ ਹੁੰਦਾ ਕਿ ਹਾਂ ਵੀ ਇਹ ਕੋਈ ਪਲੈਨਿੰਗ ਸੀ, ਮੈਂ ਆਉਣਾ ਹੀ ਨਹੀਂ ਸੀ ਫਿਰ ਘਰੋਂ। ਅੱਛਾ ਜੀ। ਮੈਨੂੰ ਕੀ ਲੋੜ ਆ, ਮੈਨੂੰ ਕੀ ਲੋੜ ਆ, ਮੈਂ ਤਾਂ ਲੰਚ ਕਰਦਾ ਪਿਆ, ਮੈਨੂੰ ਫੋਨ ਆਇਆ ਉਧਰੋਂ, ਲੜ ਪਏ ਇੱਥੇ, ਕਹਿੰਦੇ ਰਾਜਕੁਮਾਰ ਨੂੰ ਬੁਲਾਓ ਜੀ। ਮੇਰਾ ਵੀ ਪਿਆਰ ਆ, ਮੈਨੂੰ ਦੇਖੋ ਇੰਨਾ ਚਿਰ ਹੋ ਗਿਆ ਮਿਲਦਿਆਂ ਨੂੰ, ਅੱਜ ਤੱਕ ਕੋਈ ਗੱਲਬਾਤ ਹੋਈ ਆ? ਦੱਸੋ ਪਹਿਲਾਂ ਮੈਨੂੰ, ਮੇਰੇ ਵੱਲੋਂ ਕੋਈ ਗੱਲਬਾਤ ਸੁਣੀ ਤੁਸੀਂ? ਮੈਂ ਤਾਂ ਹੱਥ ਜੋੜਦਾ ਆ, ਮੈਂ ਤਾਂ ਹੱਥ ਜੋੜਨ ਵਾਲਾ ਬੰਦਾ ਆ ਜੀ। ਮੇਰੇ ਵਿੱਚ ਸਰ ਇੰਨੀ ਹਲੀਮੀ ਹੈਗੀ ਹੈ ਨਾ, ਹਲੀਮੀ ਕਰਕੇ ਮੈਂ ਮਾਰਕੀਟ ਚਲਾਉਣਾ ਪਿਆ। ਜੇ ਮੈਂ ਤਾਂ ਤੱਤਾ ਹੋਵਾਂ ਜਾਂ ਏਦਾਂ ਦੀ ਗੁੰਡਾਗਰਦੀਆਂ ਮੈਂ ਕਰਾਂ ਤਾਂ ਇੱਥੇ ਇੱਕ ਦਿਨ ਨਾਲ ਲੋਕੀ ਮੈਨੂੰ ਰਹਿਣ ਦੇਣ। सच्ची गल दसा मैं प्लीज मैं रिक्वेस्ट कर रहा हूँ, मैं इन चीज़ों से दूर रहूँगा भी। मसला मेरी फैमिली का है सर। आज मैं मेरे शरीर में इतनी ताकत ही नहीं है जिस हिसाब से मेरे ऊपर अटैक हुआ है, मेरे शरीर में हिम्मत नहीं है। मुझे ना इन्वॉल्व करो इन चीज़ों में, मैं हाथ जोड़ के विनती कर रहा हूँ। ਤੇ ਤੁਹਾਨੂੰ ਤੁਸੀਂ ਇਹ ਵੀ ਇਲਜ਼ਾਮ ਲਗਾਏ ਨੇ, ਆਪਣੀ ਜਿਹੜੀ ਦਰਖਾਸਤ ਸਾਡੇ ਕੋਲੋਂ ਆਈ ਹੈ, ਜਿਹੜੀ ਤੁਸੀਂ ਸੀਪੀ ਦਫ਼ਤਰ ਦਿੱਤੀ ਸੀ, ਜਿਸ ਤੋਂ ਬਾਅਦ ਅਸੀਂ ਤੁਹਾਡੇ ਤੱਕ ਸੰਪਰਕ ਬਣਾਇਆ, ਤੁਸੀਂ ਇਹ ਕਿਹਾ ਸੀਗਾ ਵੀ 2 ਬੰਦਿਆਂ ਨੇ ਉੱਥੇ ਰਿਵਾਲਵਰ ਕੱਢ ਕੇ ਤੁਹਾਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ। करेक्ट है ये। किसने दी? एक राजा इन्वॉल्व था जो मेन था, और उसके साथ एक अननोन पर्सन था, अंदाजा 6.5 फीट का होगा। प्लस ये जो 4-5 दोस्त हैं, जैसे सुनील गल्होत्रा है, ये इसके पास भी रिवॉल्वर है। ये सरेआम दोनों जने ये लगा के ही चलते अपने साथ रिवॉल्वर। राजा जी ये भी एक आरोप लगा, एक बहुत गंभीर आरोप ਜਿਹੜਾ ਲੱਗਾ ਤੁਹਾਡੇ ਉੱਪਰ ਵੀ, ਤੁਸੀਂ ਆਪਣੀ ਲਾਇਸੈਂਸੀ ਰਿਵਾਲਵਰ ਦਿਖਾ ਕੇ ਉਹਨਾਂ ਨੂੰ ਡਰਾਇਆ, ਧਮਕਾਇਆ ਜਾਂ ਧਮਕੀ ਦਿੱਤੀ। ਇਹਦੇ ਵਿੱਚ ਕਿੰਨੀ ਸੱਚਾਈ ਹੈ? ਸਰ 13 ਸਾਲ ਤੋਂ ਮੈਂ ਲਾਇਸੈਂਸ ਹੋਲਡਰ ਹਾਂ, ਮੈਂ ਪੂਰੀ ਤਰ੍ਹਾਂ ਫੈਕਟਸ ਮੈਨੂੰ ਅੱਛੀ ਤਰ੍ਹਾਂ ਪਤਾ ਹੈ ਇਹਦਾ ਕੀ ਹੈ, ਕਿਹਨੂੰ ਕੀ ਵਿਖਾ ਸਕਦੇ ਆ, ਨਹੀਂ ਵਿਖਾ ਸਕਦੇ। ਮਤਲਬ ਇੱਦਾਂ ਦੀਆਂ ਗੱਲਾਂ ਤੁਸੀਂ ਕੀ ਸਮਝਦੇ ਹੋ ਅਮਿਤ ਜੀ? ਤੁਸੀਂ ਸਾਨੂੰ ਜਾਣਦੇ ਹੋ ਕਿ ਤੁਸੀਂ ਸਮਝਦੇ ਹੋ ਇਹਨਾਂ ਗੱਲਾਂ 'ਚ ਕੁਝ ਸੱਚਾਈ ਹੋ ਸਕਦੀ ਹੈ? ਪਰ ਇਹ ਗੱਲ ਆਪਾਂ ਮੰਨਦੇ ਹਾਂ ਵੀ ਉਹਨਾਂ ਦੇ ਨਾਲ ਜਿਹੜੀ ਉਹ ਮਾਰਕੁੱਟ ਦੀ ਗੱਲ ਕਹਿ ਰਹੇ ਨੇ ਉਹ ਸੱਚ ਹੈ। ਬਿਲਕੁਲ ਉਹ ਮੰਦਭਾਗੀ ਗੱਲ ਹੈ, ਮਾਰਕੁੱਟ ਹੋਈ ਹੈ ਉਹਨਾਂ ਨਾਲ। ਮਤਲਬ ਇੰਨੀ ਵੀ ਨਹੀਂ, ਮਤਲਬ ਉਹਨਾਂ ਨੇ ਪਿੱਛੋਂ ਦੀ ਆ ਕੇ ਉਹਨਾਂ ਨੂੰ 1-2 ਜਿੱਦਾਂ ਚਪੇੜਾਂ ਮਾਰੀਆਂ। ਭਾਜੀ ਬਿਲਕੁਲ ਗਲਤ ਗੱਲ ਹੈ। ਬਚਾਇਆ, ਸਾਰਿਆਂ ਨੇ ਬਚਾਇਆ, ਕਿਸੇ ਨੇ ਹੱਥ ਨਹੀਂ ਲਾਇਆ। ਇਹ 100 ਦੁਕਾਨਦਾਰ ਹੈ, 100 ਦੁਕਾਨਦਾਰ ਜੋ ਇੱਕ ਵੀ ਕਹਦੇ ਬਚਾਇਆ। रुचि ਨੂੰ ਸਮਝਾਇਆ ਕਿ ਇਹ ਲੋਕ ਕੌਣ ਸੀਗੇ ਜਿਹੜੇ ਬਾਹਰੋਂ ਆਏ ਸੀ? ਪਤਾ ਨਹੀਂ ਲੱਗਾ ਭਾਜੀ। गलबात कुछ भी नहीं है, माहौल दूसरा बना के थोड़ा सा मेरे को 2-4 फीट बेसमेंट की तरफ लेके गए, ताकि ज़मीन से 5-6 फीट में नीचे हो जाऊं, ताकि लोगों को विजिबिलिटी ना आए। और मेरा हाथ खींचने वाला राजा कार बाजार वाला था, और ये सब एक्टिविटी उन्होंने की है। ਕੋਈ ਇੱਦਾਂ ਦਾ ਮਤਲਬ ਕਿਸੇ ਦੁਕਾਨਦਾਰ ਨੇ ਕਿਸੇ ਤੇ ਹੱਥ ਨਹੀਂ ਚੱਕਿਆ, ਨਾ ਹੀ ਕੋਈ ਅਲਾਉ ਕਰੇਗਾ ਇੱਦਾਂ ਕੁਝ ਵੀ। इन्होंने मेरे को याद है कि इतना भी बोल दिया था, अगर दोबारा ये कंप्लेन करी तो परिवार की भी सेफ्टी को खतरा पड़ेगा। परिवार की सेफ्टी ये किस तरह हो? सर आई डोंट नो। ਜਿਹੜੇ ਬੰਦੇ ਨੇ ਅਣਪਛਾਤੇ ਸੀਗੇ, ਕੋਈ ਦੁਕਾਨਦਾਰ ਨਹੀਂ ਉਹਦੇ ਵਿੱਚ। ਅਸੀਂ ਤਕਰੀਬਨ ਉੱਥੇ 50 ਤੋਂ 60 ਜਣੇ ਮੌਜੂਦ ਸੀ। ਪਾਰਕਿੰਗ ਦਾ ਕੋਈ ਇਸ਼ੂ ਚੱਲ ਰਿਹਾ ਸੀਗਾ, ਪਾਰਕਿੰਗ ਦੀ ਪਰਚੀ ਦਾ। ਉਹਨਾਂ ਨੂੰ ਵੀ ਐਜ਼ ਬੀਇੰਗ ਏ ਮੈਂਬਰ ਉਹਨਾਂ ਨੂੰ ਵੀ ਬੁਲਾਇਆ ਗਿਆ ਵੀ ਤੁਸੀਂ ਆਓ। ਗੱਲਾਂ ਹੋ ਰਹੀਆਂ ਸੀ, ਅਤੇ ਗੱਲਾਂ ਦੇ ਵਿੱਚ ਕੁਝ 2 ਅਣਪਛਾਤੇ ਲੜਕੇ ਸੀ, ਉਹਨਾਂ ਨੇ ਉਹਨਾਂ ਨੂੰ ਮਾਰਨਾ ਕੁੱਟਣਾ ਸ਼ੁਰੂ ਕਰ ਦਿੱਤਾ। ਮੈਂ ਸੁਨੀਲ ਜੀ, ਚੋਪੜਾ ਜੀ, ਅਸੀਂ ਉਲਟਾ ਉਹਨਾਂ ਮੁੰਡਿਆਂ ਕੋਲੋਂ ਉਹਨਾਂ ਨੂੰ ਛੁਡਵਾਇਆ। नमस्कार दोस्तों, स्वागत है ਤੁਹਾਡਾ हॉट न्यूज़ इंडिया 'ਚ। मैं हाँ ਤੁਹਾਡਾ कुमार अमित। दोस्तों ਜਲੰਧਰ ਦੀ ਇੱਕ ਇਹੋ ਜਿਹੀ ਡੈਸਟੀਨੇਸ਼ਨ, ਇੱਕ ਇਹੋ ਜਿਹੀ ਮਾਰਕੀਟ, ਇੱਕ ਇਹੋ ਜਿਹੀ ਜਗ੍ਹਾ ਜਿਹੜੀ ਕਿ ਅੱਜ ਲਗਭਗ ਰੋਜ਼ ਹੀ ਸੁਰਖੀਆਂ 'ਚ ਬਣੀ ਰਹਿੰਦੀ ਹੈ, ਉਹ ਹੈ PPR ਮਾਰਕੀਟ। ਜੀ ਹਾਂ, PPR ਮਾਰਕੀਟ ਜਲੰਧਰ ਦੇ ਪੌਸ਼ ਇਲਾਕਿਆਂ ਦੇ ਬਿਲਕੁਲ ਵਿਚਕਾਰ 120 ਫੁੱਟੀ ਸੜਕ ਦੇ ਉੱਪਰ ਇਹ ਮਾਰਕੀਟ ਸਿਚੁਏਟਡ ਹੈ। ਲਗਭਗ ਸੈਂਕੜੇ ਦੁਕਾਨਾਂ ਇੱਥੇ ਹੈਗੀਆਂ, ਜਿਹਦੇ ਵਿੱਚ ਕਿ ਅਗਰ ਆਪਾਂ ਗੱਲ ਕਰੀਏ ਤਾਂ 50% ਤੋਂ ਜ਼ਿਆਦਾ ਜਿਹੜੀਆਂ ਦੁਕਾਨਾਂ ਹੈ ਉਹ ਖਾਣ ਪੀਣ ਦੇ ਸਮਾਨ ਦੀਆਂ ਹੈਗੀਆਂ। ਰੈਸਟੋਰੈਂਟਸ ਹੈਗੇ ਨੇ, ਬੀਅਰ ਬਾਰਸ, ਪਬਸ, ਕਈ ਤਰ੍ਹਾਂ ਦੇ ਹੋਰ ਇੱਥੇ ਜਿਹੜੇ ਖਾਣ ਪੀਣ ਦਾ ਸਮਾਨ ਇੱਥੇ ਮਿਲਦਾ ਹੈ। ਦੂਰ ਦਰਾਜ ਦੇ ਇਲਾਕਿਆਂ ਤੋਂ ਇੱਥੇ ਲੋਕ ਆਉਂਦੇ ਨੇ ਖਾਣ ਪੀਣ ਲਈ, ਘੁੰਮਣ ਲਈ, ਮੌਜ ਮਸਤੀ ਕਰਨ ਲਈ। ਪਰ ਇਹ ਜਗ੍ਹਾ ਜਿਹੜੀ ਹੈ ਇਹ ਪੋਜ਼ੀਟਿਵ ਦੀ ਜਗ੍ਹਾ 'ਤੇ ਨੈਗੇਟਿਵ ਸੁਰਖੀਆਂ ਜ਼ਿਆਦਾ ਬਟੋਰ ਰਹੀ ਹੈ। ਕੁਝ ਸਮਾਂ ਪਹਿਲੇ
ਇਹ ਮਾਰਕੀਟ ਜਿਹੜੀ ਹੈ ਪੂਰੇ ਪੰਜਾਬ 'ਚ ਮਸ਼ਹੂਰ ਹੋਈ ਇੱਥੇ ਮੌਜੂਦ ਸਪਾ ਸੈਂਟਰਾਂ ਦੀ ਵਜ੍ਹਾ ਨਾਲ। ਸਪਾ ਸੈਂਟਰ ਜਿੱਥੇ ਕਿ ਅਵੈਧ ਦੇਹ ਵਪਾਰ ਦਾ ਧੰਦਾ ਚੱਲਦਾ ਸੀਗਾ ਔਰ ਰੋਜ਼ਾਨਾ ਇੱਥੇ ਇਹੋ ਜਿਹੇ ਜਿਹੜੇ ਗਲਤ ਕੰਮ ਹੁੰਦੇ ਸੀਗੇ, ਇਸ ਕਰਕੇ ਇਹ ਮਾਰਕੀਟ ਇੰਨੀ ਬਦਨਾਮ ਹੋ ਗਈ ਵੀ ਇੱਥੇ ਚੰਗੇ ਘਰਾਂ ਦੇ ਜਿਹੜੇ ਮਹਿਲਾਵਾਂ ਨੇ, ਕੁੜੀਆਂ ਨੇ ਆਉਣਾ ਬੰਦ ਕਰ ਦਿੱਤਾ ਆਲਮੋਸਟ। ਉਸ ਤੋਂ ਬਾਅਦ ਇੱਥੇ ਇਸ ਮਾਰਕੀਟ ਦੇ ਵਿੱਚ ਕਈ ਵਾਰੀ ਗੋਲੀ ਤੱਕ ਚੱਲ ਚੁੱਕੀ ਹੈ, ਵਿਵਾਦ ਹੋਏ, ਲੋਕਾਂ ਦੇ ਯੁਵਾਵਾਂ ਨੇ ਆਪਸ ਦੇ ਵਿੱਚ ਲੜਾਈ ਝਗੜਾ ਕੀਤਾ, ਖੂਨੋ ਖੂਨ ਤੱਕ ਹੋ ਗਏ। ਆਏ ਦਿਨ ਇੱਥੇ ਪੁਲਿਸ ਜਿਹੜੀ ਹੈ ਉਹ ਦੇਖਣ ਨੂੰ ਮਿਲਦੀ ਹੈ। ਲਗਾਤਾਰ ਪੁਲਿਸ ਦਾ ਪੱਕਾ ਨਾਕਾ ਇਸ ਮਾਰਕੀਟ 'ਚ ਹੈ। ਦਰਜਨਾਂ ਪੁਲਿਸ ਮੁਲਾਜ਼ਮ ਇਸ ਮਾਰਕੀਟ 'ਚ ਰੋਜ਼ ਸਾਨੂੰ ਸਵੇਰ ਤੋਂ ਸ਼ਾਮ ਤੱਕ ਤੈਨਾਤ ਮਿਲਦੇ ਨੇ, ਪਰ ਬਾਵਜੂਦ ਇੱਥੇ ਇਸ ਜਗ੍ਹਾ ਤੇ ਇਸ ਮਾਰਕੀਟ ਦੇ ਵਿਵਾਦ ਖਤਮ ਹੋਣ ਦਾ ਨਾਮ ਨਹੀਂ ਲੈ ਰਹੇ। ਲਾਅ ਐਂਡ ਆਰਡਰ ਦੀ ਸਿਚੁਏਸ਼ਨ ਲਗਾਤਾਰ ਬਣੀ ਹੋਈ ਹੈ। ਇਸ ਮਾਰਕੀਟ ਦੇ ਵਿੱਚ ਸਰੇਆਮ ਕਾਨੂੰਨ ਦੀਆਂ ਧੱਜੀਆਂ ਉਡਾਈ ਜਾ ਰਹੀਆਂ। ਇੱਥੋਂ ਦੇ ਦੁਕਾਨਦਾਰ ਕਾਨੂੰਨ ਨੂੰ ਛਿੱਕੇ ਤੇ ਟੰਗੀ ਰੱਖਦੇ ਨੇ। ਅਵੈਧ ਸ਼ਰਾਬ ਇੱਥੇ ਪਰੋਸੀ ਜਾਂਦੀ ਹੈ। ਜਿਹੜੀ ਲੋਕਾਂ ਦੇ ਘੁੰਮਣ ਫਿਰਨ ਦੀ ਜਗ੍ਹਾ ਹੈ ਉੱਥੇ ਕੁਰਸੀਆਂ ਢਾਹ ਕੇ ਉੱਥੇ ਆਪਣਾ ਕਾਰੋਬਾਰ ਕੀਤਾ ਜਾ ਰਿਹਾ, ਲੱਖਾਂ ਦੀ ਕਾਲੀ ਕਮਾਈ ਕੀਤੀ ਜਾ ਰਹੀ ਹੈ ਔਰ ਉੱਥੇ ਵੀ ਜਿਹੜੇ ਕੋਲਡ ਡਰਿੰਕ ਦੇ ਗਲਾਸ ਹੈ ਉਹਨਾਂ ਦੇ ਵਿੱਚ ਸ਼ਰਾਬ ਪਰੋਸੀ ਜਾਂਦੀ ਹੈ। ਕੁਝ ਦੁਕਾਨਦਾਰ ਤੇ ਇੰਨਾ ਕੁ ਅੱਗੇ ਵੱਧ ਚੁੱਕੇ ਨੇ ਵੀ ਉਹਨਾਂ ਨੇ ਸ਼ਰਾਬ ਦੀਆਂ ਪੇਟੀਆਂ ਸਟੋਰ ਕੀਤੀਆਂ ਹੋਈਆਂ। ਉਹਨਾਂ ਦੇ ਵੇਟਰਾਂ ਨੂੰ ਸਿਖਾਇਆ ਜਾਂਦਾ ਹੈ ਕਿ ਠੇਕੇ ਤੋਂ ਲਿਆ ਦਿੰਦੇ ਕਹਿ ਕੇ ਤੇ ਮਹਿੰਗੇ ਦਾਮਾਂ ਦੇ ਉੱਪਰ ਸ਼ਰਾਬ ਜਿਹੜੀ ਹੈ ਇੱਥੇ ਆਪਣੇ ਕਸਟਮਰਸ ਨੂੰ ਬੋਤਲਾਂ ਦੀ ਸਪਲਾਈ ਤੱਕ ਦਿੰਦੇ ਨੇ। ਇਹ ਸਾਰੀਆਂ ਗੱਲਾਂ ਤੇ ਇੱਕ ਜਿਹੜੀਆਂ ਅਸੀਂ ਸੁਣਦੇ ਹੀ ਸੀਗੇ, ਪਰ ਹੁਣ ਪਿਛਲੇ ਕੁਝ ਦਿਨਾਂ 'ਚ ਇੱਕ ਮਾਮਲਾ ਇਹੋ ਜਿਹਾ ਸਾਹਮਣੇ ਆਇਆ ਜਿੰਨੇ ਹੈਰਾਨ ਕਰਕੇ ਰੱਖ ਦਿੱਤਾ, ਕਿਉਂਕਿ ਇੱਥੋਂ ਦੇ ਦੁਕਾਨਦਾਰ ਆਪਸ ਦੇ ਵਿੱਚ ਹੀ ਕਿਸੇ ਮਾਮਲੇ ਨੂੰ ਲੈ ਕੇ ਉਹ ਉਲਝ ਗਏ ਔਰ ਵਿਵਾਦ ਇੰਨਾ ਵੱਧ ਗਿਆ ਵੀ ਇੱਕ ਜਿਹੜਾ ਕਾਰੋਬਾਰੀ ਹੈ ਉਹਦੇ ਨਾਲ ਮਾਰਪੀਟ ਕੀਤੀ ਗਈ, ਉਹਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ, ਈਵਨ ਕਿ ਉਹਦੇ ਪਰਿਵਾਰ ਤੱਕ ਨੂੰ ਟਾਰਗੇਟ ਕਰਨ ਲਈ ਧਮਕੀਆਂ ਦਿੱਤੀਆਂ, ਰਿਵਾਲਵਰਾਂ ਦਿਖਾਈਆਂ ਗਈਆਂ ਔਰ ਇਹ ਮਾਮਲਾ ਫਿਲਹਾਲ ਜਿਹੜਾ ਹੈ ਪੁਲਿਸ ਕਮਿਸ਼ਨਰ ਦੇ ਧਿਆਨ ਦੇ ਵਿੱਚ ਇੱਕ ਲਿਖਤ ਸ਼ਿਕਾਇਤ ਦੇ ਰੂਪ ਦੇ ਵਿੱਚ ਜਾ ਚੁੱਕਾ ਹੈ। ਅਸੀਂ ਕੋਸ਼ਿਸ਼ ਕਰਾਂਗੇ ਵੀ ਮਾਰਕੀਟ ਦੇ ਜਿਹੜੇ ਲੋਕ, ਜਿਹੜੇ ਕਾਰੋਬਾਰੀ ਹੈਗੇ ਨੇ, ਜਿਹੜੀ ਇੱਕ ਮਾਰਕੀਟ ਦੀ ਐਸੋਸੀਏਸ਼ਨ ਜਿਹੜੀ ਕਹੀ ਜਾ ਰਹੀ ਹੈ, ਜਿਨ੍ਹਾਂ ਦੇ ਉੱਪਰ ਇਹ ਆਰੋਪ ਲੱਗੇ ਨੇ, ਇੰਨੇ ਗੰਭੀਰ ਦੋਸ਼ ਲੱਗੇ, ਉਹਨਾਂ ਦਾ ਵੀ ਅਸੀਂ ਪੱਖ ਜਾਨੀ ਉਹ ਵੀ ਦਿਖਾਵਾਂਗੇ। ਪਰ ਅੱਜ ਸਰ ਨਾਲ ਪਹਿਲਾਂ ਅਸੀਂ ਸਾਡੇ ਨਾਲ ਮੌਜੂਦ ਨੇ ਮਿਸਟਰ ਰੁਚਿਨ, ਜਿਨ੍ਹਾਂ ਦੇ ਨਾਲ ਇਹ ਸਾਰੀ ਘਟਨਾ ਵਾਪਰੀ ਔਰ ਪਿਛਲੇ ਕੁਛ ਦਿਨਾਂ ਤੋਂ ਇਹ ਇੰਨੇ ਜ਼ਿਆਦਾ ਇਹ ਪਰੇਸ਼ਾਨ ਸੀ, ਮਾਨਸਿਕ ਤਣਾਅ ਦੇ ਵਿੱਚ ਸੀ, ਟਰਾਮੇਟਾਈਜ਼ ਸੀ ਵੀ ਇਹ ਮੀਡੀਆ ਦੇ ਸਾਹਮਣੇ ਆਉਣ ਤੋਂ ਘਬਰਾ ਰਹੇ ਸੀ, ਥਰ-ਥਰ ਕੰਬ ਰਹੇ ਸੀਗੇ। ਹੁਣ ਵੀ ਸਾਡੀ ਇੰਟਰਵਿਊ ਸ਼ੁਰੂ ਕਰਨ ਤੋਂ ਪਹਿਲਾਂ ਇਹਨਾਂ ਨੇ ਘੱਟੋ ਘੱਟ ਨਹੀਂ ਤੇ 15 ਮਿੰਟ ਆਪਣੇ ਆਪ ਨੂੰ ਸਮੇਟਿਆ ਔਰ ਇਹਨਾਂ ਨੇ ਕਿਹਾ ਵੀ ਮੇਰੀ ਹਿੰਮਤ ਹੀ ਨਹੀਂ ਪੈ ਰਹੀ, ਮੈਂ ਇੰਨਾ ਡਰ ਚੁੱਕਾ ਵੀ ਅੱਜ ਮੀਡੀਆ ਦੇ ਸਾਹਮਣੇ ਇਨਸਾਫ ਲੈਣ ਲਈ ਆਉਣ ਲੱਗੇ ਵੀ ਮੈਨੂੰ 1000 ਵਾਰ ਸੋਚਣਾ ਪੈ ਰਿਹਾ, ਲੇਕਿਨ ਆਪਣੇ ਪਰਿਵਾਰ ਕਰਕੇ, ਉਹਨਾਂ ਦੀ ਸੁਰੱਖਿਆ ਕਰਕੇ ਮੈਂ ਇਹ ਕਦਮ ਚੁੱਕਿਆ ਵੀ ਮੈਂ ਹੁਣ ਚੁੱਪ ਨਹੀਂ ਰਹਾਂਗਾ, ਆਵਾਜ਼ ਉਠਾਵਾਂਗਾ। ਰੁਚਿਨ ਜੀ, ਸਵਾਗਤ ਹੈ ਤੁਹਾਡਾ। हेलो सर। हेलो सर। ਰੁਚਿਨ ਜੀ, ਇਹ ਕੀ ਮਾਮਲਾ ਹੈਗਾ ਵੀ ਤੁਹਾਡੇ ਉੱਪਰ ਕਿੱਦਾਂ ਅਟੈਕ ਹੋਇਆ ਔਰ ਇਹਦੀ ਜੜ ਕੀ ਹੈ, ਇਹਦੀ ਅਸਲ ਵਜ੍ਹਾ ਕੀ ਹੈ? सर, चंद पैसों के लालच में पीपीआर मैनेजमेंट सेकंड हैंड कार विक्रेताओं को ये जगह अपनी सारी दे देती है पार्किंग की। मतलब मैं समझा नहीं, दर्शकों को खुल के दसो। सर, ये जो सेकंड हैंड गाड़ी वाले हैं, पीपीआर मैनेजमेंट वालों ने इनको पार्किंग स्पेस रेंट आउट कर दी है बेसिकली। मतलब ਜਿਹੜੀ ਨੋਰਮਲ ਲੋਕਾਂ ਲਈ ਜਿਹੜੀ ਉੱਥੇ ਮਾਰਕੀਟ 'ਚ ਆਉਂਦੇ ਆ ਲੋਕ, ਉਹਨਾਂ ਦੀ ਜਿਹੜੀ ਪਾਰਕਿੰਗ ਦੀ ਜਗ੍ਹਾ ਹੈ ਉਹਨੂੰ ਅਵੈਧ ਢੰਗ ਦੇ ਨਾਲ ਕਿਰਾਏ ਤੇ ਦੇ ਦਿੱਤਾ ਗਿਆ। किराए पे दिया हुआ है सेकंड हैंड कार विक्रेताओं को बेचने। ਜਿਹੜੇ कि ਐਸੋਸੀਏਸ਼ਨ ਦੇ ਪ੍ਰਧਾਨ ਨੇ ਮਿਸਟਰ ਰਾਜਾ ਪ੍ਰਤਾਪ ਆਟੋ ਵਾਲੇ, ऐसे कई हैं सर। ਇੱਥੇ ਪੂਰੀ ਪੀਪੀਆਰ ਮਾਰਕੀਟ 'ਚ ਹੋਰ ਵੀ ਡੀਲਰ ਹੈਗੇ और भी 1-2 जने हैं। ये लोग की करते हैं, अपनी 35-40 कारें ये पार्क कर देते हैं और हम लोगों को बहुत प्रॉब्लम होती है। पीपीआर में बेसमेंट में 40,000 स्क्वायर फीट की फैसिलिटी है गाड़ी की, वहाँ बेसमेंट में कोई भी पार्किंग अलाउड नहीं है। बेसमेंट बंद पड़ी है कई टाइम से। नहीं, पर ਜਦੋਂ ਨਕਸ਼ਾ ਪਾਸ ਹੁੰਦਾ ਹੈ ਕਿਸੇ ਵੀ ਬਿਲਡਿੰਗ ਦਾ, ਖਾਸ ਤੌਰ ਤੇ ਐਡੀ ਵੱਡੀ ਇਹ ਬਿਲਡਿੰਗ ਹੈ, 40,000 ਸਕੁਅਰ ਫੁੱਟ ਦੀ ਤੁਸੀਂ ਪਾਰਕਿੰਗ ਦਾ ਜ਼ਿਕਰ ਕੀਤਾ ਹੈਗਾ, ਤੇ ਇਹ ਕੀ ਗੱਲ ਉਹ ਉੱਥੇ ਪਾਰਕਿੰਗ ਜਿਹੜੇ ਦੁਕਾਨਦਾਰ ਨੇ, ਕਾਰੋਬਾਰੀ, ਉਹਨਾਂ ਨੂੰ ਅਲਾਉਡ ਨਹੀਂ ਕਰਦੇ? सर, पार्किंग कब से खंडर बनी हुई है, बंद है, कोई मेंटेनेंस नहीं है, कोई CCTV कैमराज नहीं है, कोई सिक्योरिटी नहीं है, नथिंग एल्स सर। नहीं, ये फिर वो जगह किस चीज़ लिए यूज़ हो रही है? सर, डंप पड़ी है, कोई जा गया ही नहीं है, बंद पड़ा है वहाँ पे।
ਰੁਚਿਨ ਜੀ ਬੜੀ ਵੱਡੀ ਗੱਲ ਤੁਸੀਂ ਕੀਤੀ ਹੈ। ਇਸ ਤਰੀਕੇ ਦੇ ਨਾਲ ਐਡੀ ਵੱਡੀ ਜਗ੍ਹਾ ਅਗਰ ਡੰਪ ਪਈ ਹੈ ਤੇ ਉੱਥੇ ਜਿਹੜੇ ਅਨਸੋਸ਼ਲ ਐਲੀਮੈਂਟਸ ਨੇ, ਅੱਜ ਦੀ ਡੇਟ 'ਚ ਨਸ਼ਾ ਬਹੁਤ ਇੱਕ ਵੱਡੀ ਸਮੱਸਿਆ ਹੈ ਤੇ ਬਹੁਤ ਸਾਰੇ ਨਸ਼ੇੜੀ ਵੀ ਹੋ ਸਕਦਾ ਉਸ ਜਗ੍ਹਾ ਦਾ ਇਸਤੇਮਾਲ ਕਰਦੇ ਹੁਣ ਨਸ਼ਿਆਂ ਦਾ ਸੇਵਨ ਕਰਨ ਲਈ, ਜਾਂ ਕੋਈ ਹੋਰ ਵੀ ਜਿਹੜੀਆਂ ਇਲੀਗਲ ਐਕਟੀਵਿਟੀਜ਼ ਉਸ ਬੇਸਮੈਂਟ 'ਚ ਹੋ ਰਹੀਆਂ ਹੋਣ। ਇਹ ਤੇ ਬਹੁਤ ਵੱਡਾ ਇੱਕ ਤੁਸੀਂ ਸਵਾਲ ਪ੍ਰਸ਼ਨ ਜਿਹੜਾ ਖੜਾ ਕਰ ਦਿੱਤਾ ਜੀ। सर इस चीज़ के लिए मैं कह नहीं सकता, बट मैं 1.5 साल से पार्किंग के लिए ज़रूर फाइट कर रहा हूँ और मेरे को मैनेजमेंट से कोई वो नाराज़गी नहीं है। मैं कहता हूँ आप दो, अगर आपको कुछ रेवेन्यू जनरेट हो रहा है वी आर हैप्पी, बट हम लोगों को तो पार्किंग स्पेस प्रॉपर अलॉट करो ना। ਰੁਚਿਨ ਜੀ ਪਹਿਲੇ ਤੇ ਇਹ ਜ਼ਰੂਰ ਜਾਣਨਾ ਚਾਹਾਂਗੇ ਤੁਹਾਡਾ ਕਾਰੋਬਾਰ ਕਿਸ ਚੀਜ਼ ਦਾ ਔਰ ਤੁਹਾਡਾ ਆਫਿਸ ਕਿੱਥੇ ਸਿਚੁਏਟਡ ਹੈ? सर मेरा मेन ब्लॉक में पीपीआर में 3rd फ्लोर पे ऑफिसेज हैं। मेरे पास तकरीबन 5 SCO हैं ऑफिस वहाँ पे, और मेरी एक गाड़ी खड़ी होती है वो भी प्रॉब्लम आती है, और कोई गेस्ट आता है तो कई बार चलान हुए हैं। और रिसेंटली मेरा एक मिलने आया था मेरे से बिजनेसमैन, व्यापारी आया था, उसने जाते हुए ये शब्द बोले हैं कि सर आपके यहाँ आना महंगा पड़ गया। ਮਤਲਬ ਰੁਚਿਨ ਜੀ ਇੱਕ ਚੀਜ਼ ਮੈਨੂੰ ਸਮਝਾਓ ਸਰਲ ਤਰੀਕੇ ਦੇ ਨਾਲ, ਸਾਦੇ ਸ਼ਬਦਾਂ 'ਚ। ਜਿੱਦਾਂ ਇੱਕ ਐਸਈਓ ਅਗਰ ਮੇਰੇ ਕੋਲ ਹੈ ਉੱਥੇ, ਚਾਹੇ ਮੈਂ ਟੈਨੈਂਟ ਹਾਂ ਚਾਹੇ ਮੈਂ ਓਨਰ ਹਾਂ, ਮੈਨੂੰ ਇੱਕ ਗੱਡੀ ਖੜੀ ਕਰਨ ਦਾ ਤਾਂ ਰਾਈਟ ਹੋਣਾ ਚਾਹੀਦਾ। करेक्ट है, और हम मैनेजमेंट को कहते हैं कि अगर आपको मेंटेनेंस चार्ज थोड़ा पड़ता है, जो कि आप 1534 रुपये इंक्लूडिंग GST ले रहे हो मंथली, आप 500 रुपये बढ़ा लो। अगर आपको कोई प्रॉब्लम है आप चार्जेस बढ़ा लीजिए, या आपको पेड पार्किंग करनी है वो भी कर लीजिए, आप मंथली ले लीजिए, बट गुंडागर्दी पे तो ना हो ना सर। ਇਹ ਤੁਸੀਂ ਗੁੰਡਾਗਰਦੀ ਸ਼ਬਦ ਇਸਤੇਮਾਲ ਕੀਤਾ ਹੈ, ਪਹਿਲੇ ਵੀ ਤੁਸੀਂ ਸਾਨੂੰ ਗੱਲ ਦੱਸੀ ਸੀ ਆਫ ਦੀ ਕੈਮਰਾ। ਬੇਸਿਕਲੀ ਇਹ ਘਟਨਾ ਕਿੱਦਾਂ ਗੁੰਡਾਗਰਦੀ ਤੱਕ ਨੌਬਤ ਆ ਗਈ ਔਰ ਹੋਇਆ ਕੀ ਸੀ ਉਸ ਦਿਨ? सर बात एक्चुअल में बहुत ज़्यादा हाईलाइट हो गई थी। मैं मैनेजमेंट को ही हमेशा कंप्लेन करता था, और मिस्टर राजकुमार को मैंने यही शब्द बोले कि सर अगर आपको कोई बेनिफिट नहीं मिलता तो आप ऐसे किसको गाड़ी खड़ाने दे दोगे? कोई आदमी 35 गाड़ियाँ या 40 गाड़ियाँ क्यों खड़ी करेगा? डेफिनेटली आपका कुछ ना कुछ बेनिफिट हो रहा होगा, तभी आप अलाउ कर रहे हो ना, तभी लोग सफ़र कर रहे हैं। ਇਹ ਰਾਜਕੁਮਾਰ ਜੀ ਜਿਹੜੇ ਨੇ ਇਹ ਉਹੀ ਨੇ ਜਿਹੜੇ PPR ਮਾਲ ਦੇ ਮਤਲਬ ਮੈਨੇਜਮੈਂਟ ਦੇਖਦੇ ਨੇ? हाँ केयर टेकर है। ਕੇਅਰ ਟੇਕਰ ਨੇ। ਤੇ ਜਦੋਂ ਤੁਸੀਂ ਇਹ ਸਾਰੇ ਸਵਾਲ ਖੜੇ ਕੀਤੇ, ਇਤਰਾਜ਼ ਜਤਾਇਆ, ਉਸ ਤੋਂ ਬਾਅਦ ਫਿਰ ਮਾਮਲਾ ਲੜਾਈ ਝਗੜੇ ਮਾਰ ਕੁਟਾਈ ਤੱਕ ਕਿੱਦਾਂ ਪਹੁੰਚਿਆ? सर ये चीज़ मैं नहीं कह सकता, बट मुझे मेरे फ्रेंड हैं, मतलब कि मिस्टर नवीन चावला यूनिफॉर्म वाले, ਇਹਨਾਂ ਦਾ ਵੀ ਸ਼ਾਇਦ ਉੱਥੇ ਹੀ ਆਫਿਸ ਹੈ। हाँ नीचे चावला यूनिफॉर्म के नाम से, उन्होंने मुझे नीचे बुलाया तो मैं गया, अदरवाइज़ इन लोगों का तो मैं फ़ोन भी अटेंड नहीं करता। ਤੇ ਫਿਰ ਜਦੋਂ ਤੁਸੀਂ ਨੀਚੇ ਗਏ ਉੱਥੇ ਕੀ ਹੋਇਆ? ਕੌਣ ਕੌਣ ਉੱਥੇ ਮੌਜੂਦ ਸੀ? ਕਿਸ ਤਰੀਕੇ ਦੇ ਨਾਲ ਤੁਹਾਡੇ ਨਾਲ ਮਾਰ ਕੁਟਾਈ ਕੀਤੀ ਗਈ? सर इन्होंने बेसिकली ट्रैप किया है सब कुछ। एक अनएथिकल क्राउड इकट्ठा पहले ही से था, और इसमें लोकल के या मार्केट के 4-5 लोग ही थे जो मेरे को नज़र आया, बाकी सब मेरे को अननोन नज़र आ रहे थे, आउटसाइड के थे। ਰੁਚਿਨ ਜੀ ਤੁਸੀਂ ਬਹੁਤ ਮੈਨੂੰ ਲੱਗਦਾ ਵੀ ਵੱਡੇ ਸਵਾਲ ਤੇ ਸਵਾਲ ਹੀ ਜਿਹੜੇ ਖੜੇ ਕਰੀ ਜਾ ਰਹੇ ਹੋ। ਕਿਆ ਇੱਕ ਪਹਿਲੇ ਤਾਂ ਤੁਸੀਂ ਕਿਹਾ ਕਿ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਤੁਹਾਨੂੰ ਥੱਲੇ ਬੁਲਾਇਆ ਜਾਂਦਾ ਹੈ, ਫਿਰ ਉਤੋਂ ਬਾਹਰੋਂ ਕਿਰਾਏ ਦੇ ਗੁੰਡੇ ਜਾਂ ਕੋਈ ਜਿਹੜੇ ਬਾਹਰਲੇ ਜਿਹੜੇ ਅਨਸੋਸ਼ਲ ਐਲੀਮੈਂਟ ਸੀ ਉਹਨਾਂ ਨੂੰ ਵੀ ਇੱਕ ਸਾਜ਼ਿਸ਼ ਦੇ ਤਹਿਤ ਉੱਥੇ ਇਕੱਠਾ ਕਰ ਲਿਆ ਜਾਂਦਾ ਹੈ? बिल्कुल, और नवीन चावला जी ने परसों मेरे पास आए थे माफ़ी मांगने के लिए, और बोल रहे थे कि मेरा इसमें कोई हाथ नहीं है, और वही मुझे बता के गए कि जो एक अटैकर था उनमें से वो टैटू नशे वाला था राजवीर। मुझे तो उसका नाम भी नहीं पता था, और मेरे को पीछे से इन्होंने अटैक किया तो मैं तो अनकॉन्शियस था, मैंने तो उनकी शक्लें भी नहीं देखी थी। ਤੇ ਜਦੋਂ ਤੁਸੀਂ ਥੱਲੇ ਗਏ ਤੇ ਫਿਰ ਤੁਹਾਡੇ ਨਾਲ ਪਹਿਲੇ ਇਹਨਾਂ ਨੇ ਗੱਲਬਾਤ ਕੀਤੀ ਜਾਂ ਸਿੱਧਾ ਹੀ ਅਟੈਕ ਕਰਤਾ? गलबात कुछ भी नहीं है, माहौल दूसरा बना के थोड़ा सा मेरे को 2-4 फीट बेसमेंट की तरफ लेके गए, ताकि ज़मीन से 5-6 फीट में नीचे हो जाऊं, ताकि लोगों को विजिबिलिटी ना आए। और मेरा हाथ खींचने वाला राजा कार बाजार वाला था, और ये सब एक्टिविटी उन्होंने की है। ਤੋ ਜਿੱਥੇ ਇਹ ਸਾਰੀ ਘਟਨਾ ਹੋਈ, ਕਿਉਂਕਿ ਮੇਰੇ ਖਿਆਲ 'ਚ ਐਡਾ ਵੱਡਾ ਮਾਲ ਹੈ, CCTV ਕੈਮਰੇ ਵੀ ਲੱਗੇ ਹੋਣਗੇ ਉੱਥੇ? सर सेफ्टी और सिक्योरिटी के मामले में PPR 0 है, जो मेरा मानना है। ਰੁਚਿਨ ਜੀ ਤੁਸੀਂ ਤੇ ਮੈਨੂੰ ਲੱਗਦਾ ਹੈ ਵੀ ਇੱਦਾਂ ਵਿਚਾਰ ਕਰ ਰਹੇ ਹੋ PPR ਮਾਲ ਜਿਹੜੀ ਕਿ ਇਸ ਵੇਲੇ ਦੀ ਸਭ ਤੋਂ ਹਾਈਲਾਈਟਡ ਜਿਹੜੀ ਮਾਲ ਹੈ, ਜਿਹੜੀ ਮਾਰਕੀਟ ਹੈ, ਉਹਦੇ ਵਿੱਚ ਇਹਦਾ ਮਤਲਬ CCTV ਕੈਮਰੇ ਨਹੀਂ ਲੱਗੇ, ਔਰ ਪ੍ਰਸ਼ਾਸਨ ਇੱਦਾਂ ਕੁੰਭਕਰਨੀ ਨੀਂਦ ਸੁੱਤਾ ਹੈ ਵੀ ਉੱਥੇ ਇਸ ਚੀਜ਼ ਦਾ ਖਿਆਲ ਹੀ ਨਹੀਂ ਰੱਖਿਆ ਜਾ ਰਿਹਾ ਵੀ ਉੱਥੇ CCTV ਕੈਮਰੇ ਲੱਗੇ ਕਿ ਨਹੀਂ ਲੱਗੇ? सर सिक्योरिटी के मामले में बिल्कुल ज़ीरो है। अगर हम बात करें तो ग्राउंड फ्लोर पे पब्लिक कन्वीनियंस के जो बने थे वॉशरूम्स वगैरह, वो भी इन्होंने शॉप्स में बेच के कन्वर्ट कर दिए।
ਤੇ ਹੁਣ ਇੱਥੇ ਕੋਈ ਪਬਲਿਕ ਵਾਸ਼ਰੂਮ ਨਹੀਂ ਹੈਗਾ ਪੂਰੀ ਮਾਰਕੀਟ 'ਚ? मेन ब्लॉक में तो मेरे हिसाब से कोई भी नहीं है, ना हमारे फ्लोर पे है। ਜਦ ਕਿ ਜਦੋਂ ਇਹ ਨਕਸ਼ਾ ਪਾਸ ਕਰਾਇਆ ਜਾਂਦਾ ਕਾਰਪੋਰੇਸ਼ਨ ਕੋਲੋਂ, ਕਾਰਪੋਰੇਸ਼ਨ ਇਹਨੂੰ ਨਕਸ਼ਾ ਪਾਸ ਕਰਦੀ ਹੈ, ਇੱਦਾਂ ਦੀ ਜਿਹੜੀਆਂ ਬਿਲਡਿੰਗਸ ਹੁੰਦੀਆਂ ਮੈਂ ਬਹੁਤ ਸਾਰੇ ਲੋਕਾਂ ਦੀ ਉੱਥੇ ਵਾਕ ਇਨ ਹੁੰਦੀ ਹੈ, ਫੁੱਟਫਾਲ ਹੁੰਦਾ ਹੈ, ਉੱਥੇ ਸਭ ਤੋਂ ਜ਼ਿਆਦਾ ਜਿਹੜੀ ਜ਼ਰੂਰੀ ਬੇਸਿਕ ਐਮਿਨਿਟੀ ਹੈ ਉਹ ਵਾਸ਼ਰੂਮ ਹੁੰਦੇ ਨੇ। ਪਹਿਲੇ ਇਹ ਵੀ ਤੁਸੀਂ ਕਹਿ ਰਹੇ ਹੋ ਵੀ ਰਸਤਾ ਵੀ ਰੋਕ ਦਿੱਤਾ, ਪਾਰਕਿੰਗ ਵੀ ਨਜਾਇਜ਼ ਦੇ ਦਿੱਤੀ ਤੇ ਹੁਣ ਵਾਸ਼ਰੂਮ ਵੀ ਵੇਚ ਕੇ ਖਾ ਗਏ। सर पीपीआर प्लाजा जो नई मार्केट बनी है उसमें शायद एक वॉशरूम हो, हमारे इधर तो नहीं है। ਤੇ ਤੁਹਾਨੂੰ ਤੁਸੀਂ ਇਹ ਵੀ ਇਲਜ਼ਾਮ ਲਗਾਏ ਨੇ, ਆਪਣੀ ਜਿਹੜੀ ਦਰਖਾਸਤ ਸਾਡੇ ਕੋਲੋਂ ਆਈ ਹੈ ਜਿਹੜੀ ਤੁਸੀਂ ਸੀਪੀ ਦਫ਼ਤਰ ਦਿੱਤੀ ਸੀ, ਜਿਸ ਤੋਂ ਬਾਅਦ ਅਸੀਂ ਤੁਹਾਡੇ ਤੱਕ ਸੰਪਰਕ ਬਣਾਇਆ, ਤੁਸੀਂ ਇਹ ਕਿਹਾ ਸੀਗਾ ਵੀ 2 ਬੰਦਿਆਂ ਨੇ ਉੱਥੇ ਰਿਵਾਲਵਰ ਕੱਢ ਕੇ ਤੁਹਾਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ। करेक्ट है ये जी। ਕਿਸ ਨੇ ਦਿੱਤੀ? एक राजा इन्वॉल्व था जो मेन था, और उसके साथ एक अननोन पर्सन था, अंदाजा 6.5 फीट का होगा। प्लस ये जो 4-5 दोस्त हैं, जैसे सुनील गल्होत्रा है, ये इसके पास भी रिवॉल्वर है, ये सरेआम दोनों जने ये लगा के ही चलते अपने साथ रिवॉल्वर को। सर ਤੇ ਇਹਨਾਂ ਨੇ ਕੀ ਕਿਹਾ ਤੁਹਾਨੂੰ ਉਸ ਵੇਲੇ ਧਮਕਾਉਣ ਦੇ? ਕੋਈ ਸ਼ਬਦ ਤੁਹਾਡੇ ਦਿਮਾਗ 'ਚ ਸ਼ਾਇਦ ਯਾਦ ਰਹਿ ਗਏ ਹੋਣ, ਹਾਲਾਂਕਿ ਤੁਸੀਂ ਉਸ ਵੇਲੇ ਜੋ ਦੀ ਦੱਸ ਰਹੇ गया था, मैं ऐसे शब्दों को नहीं मेरे को रिकॉल कर रहा, बट बहुत गंदे शब्द। इवन इन्होंने मेरे को याद है कि इतना भी बोल दिया था, अगर दोबारा ये कंप्लेन करी तो परिवार की भी सेफ्टी को खतरा पड़ेगा। ਪਰਿਵਾਰ ਦੀ ਸੇਫਟੀ ਇਹ ਕਿਸ ਤਰ੍ਹਾਂ ਹੋ ਸਕਦਾ? सर आई डोंट नो किस लेवल पे ये क्या गुंडागर्दी करते हैं, इन्होंने ये शब्द यूज़ किए हैं। शर्मनाक मतलब कि काम है सर, ये लोग मतलब इस हद तक बढ़ जाएंगे मैं सोच नहीं सकता था। ਤੁਸੀਂ ਇਮੋਸ਼ਨਲ ਨਾ ਹੋਵੋ, ਆਪਣੇ ਆਪ ਨੂੰ ਸਾਂਭੋ, ਕੋਈ ਇਦਾਂ ਦੀ ਗੱਲ ਨਹੀਂ। ਆਪਾਂ ਕੋਈ ਇੱਥੇ ਜੰਗਲ ਰਾਜ 'ਚ ਨਹੀਂ ਬੈਠੇ ਵੀ ਕੋਈ ਵੀ ਕਿਸੇ ਦੇ ਪਰਿਵਾਰ 'ਤੇ ਇਸ ਤਰ੍ਹਾਂ ਕੋਈ ਕਾਰੋਬਾਰ ਅਗਰ ਰੰਜਿਸ਼ ਹੋਵੇ ਤੇ ਅਟੈਕ ਕਰ ਦੇਵੇ। ਸਾਡੀ ਪੁਲਿਸ ਬਹੁਤ ਵਧੀਆ ਹੈ, ਸਾਡਾ ਪ੍ਰਸ਼ਾਸਨ ਬਹੁਤ ਵਧੀਆ ਹੈ, ਸਾਡੀ ਸਰਕਾਰ ਬਹੁਤ ਵਧੀਆ ਹੈ, ਤੁਸੀਂ ਇਸ ਗੱਲ ਨੂੰ ਬੇਫਿਕਰ ਰਹੋ। ਔਰ ਜਿਹੜੇ ਲੋਕ ਇਹ ਸਾਡੀ ਵੀਡੀਓ ਅੱਜ ਦੀ ਦੇਖ ਰਹੇ ਨੇ, ਇਹ ਵੀਡੀਓ ਤੁਹਾਡੀ ਕਈ ਜਗ੍ਹਾ ਜਾਣੀ ਹੈ, ਟਰੈਵਲ ਹੋਣੀ ਹੈ, ਔਰ ਉਹ ਇਹ ਗੱਲ ਅਗਰ ਕੱਲ੍ਹ ਨੂੰ ਤੁਹਾਡੇ ਉੱਪਰ ਕੋਈ ਇੱਦਾਂ ਦਾ ਅਟੈਕ ਹੁੰਦਾ ਹੈ, ਰੱਬ ਨਾ ਕਰੇ ਹੋਵੇ, ਤੇ ਇਹ ਗੱਲ ਤੇ ਫਿਰ ਪੁਲਿਸ ਨੇ ਦੇਖਣੀ ਆ ਵੀ ਅਗਰ ਤੁਸੀਂ ਕੰਪਲੇਂਟ ਕੀਤੀ ਹੈ ਤਾਂ ਉਹਦੇ ਉੱਪਰ ਸੁਣਵਾਈ ਕਿਉਂ ਨਹੀਂ ਹੋਈ। सर मैंने आपको राजकुमार का एक ऑडियो रिकॉर्डिंग है वो शेयर किया है, जिसमें वो खुद माफ़ी भी मांग रहा है, और वो कह रहा है कि ये इस प्लानिंग का मुझे बिल्कुल भी अंदाज़ा नहीं था। अगर मुझे अंदाज़ा होता ना तो मैं आपको नीचे आने देता और ना मैं खुद आता। और उसने आप रिकॉर्डिंग सुनेंगे तो उसमें गुंडे टाइप के वर्ड भी यूज़ किया इनके लिए, और गुंडागर्दी और ऐसे कुछ शब्द यूज़ किए हैं जिसको सोच के आप खुद परेशान हो जाओगे, और आप वाकई सोचने में मजबूर हो जाओगे कि पीपीआर का माहौल आज की डेट में फैमिलीज़ के लिए तो सेफ़ नहीं है। सर ਰੁਚਨ ਜੀ, ਤੁਸੀਂ ਲਾਸਟ ਦੇ ਵਿੱਚ ਕੀ ਮੰਗ ਕਰਨਾ ਚਾਹੁੰਦੇ ਹੋ ਜਲੰਧਰ ਦੇ ਪੁਲਿਸ ਪ੍ਰਸ਼ਾਸਨ ਕੋਲੋਂ, ਸਿਵਲ ਐਡਮਿਨਿਸਟ੍ਰੇਸ਼ਨ ਦੇ ਕੋਲੋਂ, ਜਾਂ ਫਿਰ ਜਿਹੜੀ ਸਾਡੀ ਸਰਕਾਰ ਹੈ ਪੰਜਾਬ ਸਰਕਾਰ, ਇਸ ਸਾਰੇ ਮਾਮਲੇ ਨੂੰ ਲੈ ਕੇ? सर सिस्टम की धज्जियाँ ना उड़ाए कोई भी, प्लस अपना पीसफुली रहें, अपना काम करें। हम घर से बिज़नेस करने आते हैं, खुद भी काम करो और दूसरों को भी पीसफुली काम करने दो। मैं तो यही चाहूँगा सबसे, और प्रशासन से भी मैं यही कहूँगा कि भाई किसी को चंद पैसों के लिए ऐसे मतलब कि क्राइम करने को सपोर्ट ना करें, क्योंकि ये पहली बार नहीं कंप्लेन गई, पहले भी बहुत बार कंप्लेन जा चुकी है और पुलिस कोई एक्शन नहीं लेती है। ਦੋਸਤੋ, ਸੁਣਿਆ ਤੁਸੀਂ ਇੱਕ ਕਾਰੋਬਾਰੀ ਦੀ, ਜਿਹੜਾ ਸ਼ਹਿਰ ਦਾ ਇੱਕ ਰਸੂਖਦਾਰ ਕਾਰੋਬਾਰੀ ਹੈ, ਉਹਦੀ ਇਹ ਜਿਹੜੀ ਦਰਦ ਭਰੀ ਕਹਾਣੀ, ਕਿਸ ਤਰੀਕੇ ਦੇ ਨਾਲ ਉਹਦੇ ਆਪਣੇ ਹੀ ਆਸ ਪੜੋਸ ਦੇ ਕਾਰੋਬਾਰੀ ਉਹਦੀ ਜਾਨ ਦੇ ਦੁਸ਼ਮਣ ਬਣ ਗਏ, ਕਿਸ ਤਰੀਕੇ ਦੇ ਨਾਲ ਉਹਨੂੰ ਸਬਕ ਸਿਖਾਉਣ ਲਈ ਪਲੈਨਿੰਗ ਕੀਤੀ ਗਈ, ਸਾਜ਼ਿਸ਼ ਰਚੀ ਗਈ, ਕਿਸ ਤਰੀਕੇ ਦੇ ਨਾਲ ਕੁਝ ਪੈਸੇ ਕਮਾਉਣ ਲਈ, ਜਿਹੜੇ ਕਿ ਉਹ ਵੀ ਨਜਾਇਜ਼ ਪੈਸੇ, ਜਿਹੜੇ ਕਿ ਲੀਗਲੀ ਲawfully ਤਰੀਕੇ ਦੇ ਨਾਲ ਨਹੀਂ ਕਮਾਏ ਜਾ ਸਕਦੇ, ਇੱਕ ਕਾਰੋਬਾਰੀ ਨੂੰ ਨਿਸ਼ਾਨਾ ਬਣਾਇਆ ਗਿਆ। ਕਿਸ ਤਰ੍ਹਾਂ ਬਾਹਰੋਂ ਬੰਦੇ ਬੁਲਾਏ ਗਏ, ਕਿਸ ਤਰੀਕੇ ਦੇ ਨਾਲ ਇਸ ਮਾਰਕੀਟ ਦੇ ਵਿੱਚ ਆਉਣ ਵਾਲੇ ਸਾਰੇ ਬੰਦਿਆਂ ਦੀ ਸੁਰੱਖਿਆ ਦਾਅ 'ਤੇ ਲੱਗੀ ਹੋਈ ਹੈ, ਕਿਸ ਤਰੀਕੇ ਦੇ ਨਾਲ ਇੱਥੇ ਇਸ ਮਾਰਕੀਟ ਦੇ ਵਿੱਚ ਰੋਜ਼ਾਨਾ ਗਲਤ, ਨਜਾਇਜ਼, ਗੈਰ ਕਾਨੂੰਨੀ ਕੰਮ ਹੋ ਰਹੇ ਨੇ। ਪਰ ਨਾ ਜਾਣੇ ਕਿਉਂ ਅੱਜ ਵੀ ਸਾਡਾ ਜਿਹੜਾ ਪ੍ਰਸ਼ਾਸਨ ਹੈ, ਸਾਡੀ ਜਿਹੜੀ ਪੁਲਿਸ ਐਡਮਿਨਿਸਟ੍ਰੇਸ਼ਨ ਹੈ, ਉਹ ਅੱਖਾਂ ਖੁੱਲ੍ਹੀਆਂ ਕਰਨ ਦੀ ਬਜਾਏ ਕੁੰਭਕਰਨੀ ਨੀਂਦ ਸੁੱਤੇ ਹੋਏ ਨੇ। ਦੋਸਤੋ, ਇਹ ਮਾਮਲਾ ਕੋਈ ਛੋਟਾ ਮਾਮਲਾ ਨਹੀਂ ਹੈਗਾ, ਬਹੁਤ ਸੀਰੀਅਸ ਮਾਮਲਾ ਹੈਗਾ।
ਅਗਰ ਇਹਨਾਂ ਦੀ ਜੋ ਗੱਲਾਂ ਕੀਆਂ, ਜੋ ਆਰੋਪ ਲਾਏ ਨੇ, ਇਹਨਾਂ ਦੇ ਵਿੱਚ ਅਗਰ ਜ਼ਰਾ ਜੀ ਵੀ ਸੱਚਾਈ ਹੈ ਤੇ ਇਸ ਮਾਮਲੇ ਦੀ ਜਿਹੜੀ ਘੋਖ ਪੜਤਾਲ ਜਿਹੜੀ ਹੈ ਇਹ ਕਰਨੀ ਬਹੁਤ ਲਾਜ਼ਮੀ ਹੈ ਔਰ ਪੁਲਿਸ ਪ੍ਰਸ਼ਾਸਨ ਨੂੰ ਇਹਨਾਂ ਵੱਲੋਂ ਦਿੱਤੀ ਹੋਈ ਸ਼ਿਕਾਇਤ ਦੇ ਉੱਪਰ ਤੁਰੰਤ ਜਾਂਚ ਕਰਾ ਕੇ ਕਿਸੇ ਅੱਛੇ ਅਧਿਕਾਰੀ ਕੋਲੋਂ ਤੇ ਬਣਦੀ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ। ਦੋਸਤੋ, ਇਸ ਵੇਲੇ ਅਸੀਂ ਮੌਜੂਦ ਹੈਗੇ ਹਾਂ ਜਲੰਧਰ ਦੀ ਮਸ਼ਹੂਰ PPR ਮਾਲ ਜਿਹੜਾ ਬਣਿਆ, ਜਿਹੜੀ ਮਾਰਕੀਟ ਹੈਗੀ ਹੈ, ਉੱਥੇ ਅਸੀਂ ਮੌਜੂਦ ਹਾਂ ਔਰ ਪਿਛਲੇ ਕੁਝ ਦਿਨਾਂ ਤੋਂ ਜਿਹੜਾ ਵਿਵਾਦ ਚੱਲ ਰਿਹਾ ਸੀਗਾ ਦੁਕਾਨਦਾਰਾਂ ਦਾ ਔਰ ਇੱਕ ਦੁਕਾਨਦਾਰ ਵੱਲੋਂ ਇੱਥੋਂ ਦੇ ਹੀ ਦੁਕਾਨਦਾਰਾਂ ਦੇ ਉੱਪਰ, ਕਾਰੋਬਾਰੀਆਂ ਦੇ ਉੱਪਰ ਆਰੋਪ ਲਗਾਇਆ ਗਿਆ ਕਿ ਉਹਨਾਂ ਨੇ ਉਹਨੂੰ ਮਾਰਿਆ, ਕੁੱਟਿਆ, ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ, ਰਿਵਾਲਵਰ ਤੱਕ ਦਿਖਾਏ ਔਰ ਇਸ ਗੱਲ ਨੂੰ ਲੈ ਕੇ ਉਹਨਾਂ ਨੇ ਬਕਾਇਦਾ ਤੌਰ ਦੇ ਉੱਪਰ ਕਮਿਸ਼ਨਰ ਜਲੰਧਰ ਨੂੰ ਇੱਕ ਲਿਖਿਤ ਕੰਪਲੇਂਟ ਵੀ ਦਿੱਤੀ ਸੀ। ਅੱਜ ਉਸ ਮਾਮਲੇ ਨੂੰ ਲੈ ਕੇ ਅਸੀਂ ਪਹੁੰਚੇ ਹਾਂ PPR ਮਾਲ ਦੇ ਵਿੱਚ ਔਰ ਜਿਨ੍ਹਾਂ ਦੁਕਾਨਦਾਰਾਂ ਦੇ ਖਿਲਾਫ ਇਹ ਕੰਪਲੇਂਟ ਦਿੱਤੀ ਸੀ, ਅੱਜ ਅਸੀਂ ਉਹਨਾਂ ਕੋਲ ਆਏ ਹਾਂ ਔਰ ਜਾਣਾਂਗੇ ਉਹਨਾਂ ਦਾ ਇਸ ਮਾਮਲੇ ਨੂੰ ਲੈ ਕੇ ਕੀ ਕਹਿਣਾ ਹੈ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਸਰ, ਕੀ ਸ਼ੁਭ ਨਾਮ ਜੀ? ਅਕਾਲ। ਗੁਰਦੀਪ ਸਿੰਘ। ਗੁਰਦੀਪ ਜੀ, ਤੁਸੀਂ ਇੱਥੇ ਹੀ ਕਾਰੋਬਾਰ ਕਰਦੇ ਹੋ? ਹਾਂਜੀ, ਮੈਂ ਐਸੋਸੀਏਸ਼ਨ ਦਾ ਪ੍ਰੈਜ਼ੀਡੈਂਟ ਹਾਂ। PPR ਮਾਲ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਹੋ। ਕਿਸ ਚੀਜ਼ ਦਾ ਕਾਰੋਬਾਰ ਹੈ? ਮੇਰਾ ਕਾਰਾਂ ਦਾ ਸੇਲ ਪਰਚੇਜ਼ ਦਾ ਕੰਮ ਹੈ। ਤੇ ਸਰ, ਇਹ ਜਿਹੜੀ ਕੰਪਲੇਂਟ ਹੋਈ ਹੈ, ਤੁਹਾਡੇ ਹੀ ਜਿਹੜੇ ਇੱਥੇ ਇੱਕ 3rd ਫਲੋਰ ਦੇ ਉੱਪਰ ਦੁਕਾਨਦਾਰ ਹੈਗੇ ਨੇ, ਉਹਨਾਂ ਨੇ ਕਿਹਾ ਵੀ ਪਿਛਲੇ ਕੁਝ ਦਿਨ ਪਹਿਲੇ ਉਹਨਾਂ ਨਾਲ ਕੋਈ ਮਾਰਕੁੱਟ ਹੋਈ ਔਰ ਉਹਦੇ ਵਿੱਚ ਕੁਝ ਜਿਹੜੇ ਇੱਥੋਂ ਦੇ ਦੁਕਾਨਦਾਰਾਂ ਦਾ ਹੱਥ ਸੀ। ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ? ਸਰ, ਉਹ ਜਿਹੜੇ ਬੰਦੇ ਨੇ ਅਣਪਛਾਤੇ ਸੀਗੇ, ਕੋਈ ਦੁਕਾਨਦਾਰ ਨਹੀਂ ਉਹਦੇ ਵਿੱਚ। ਅਸੀਂ ਤਕਰੀਬਨ ਉੱਥੇ 50 ਤੋਂ 60 ਜਣੇ ਮੌਜੂਦ ਸੀ। ਪਾਰਕਿੰਗ ਦਾ ਕੋਈ ਇਸ਼ੂ ਚੱਲ ਰਿਹਾ ਸੀਗਾ, ਪਾਰਕਿੰਗ ਦੀ ਪਰਚੀ ਦਾ। ਉਹਨਾਂ ਨੂੰ ਵੀ ਐਜ਼ ਬੀਇੰਗ ਏ ਮੈਂਬਰ ਉਹਨਾਂ ਨੂੰ ਵੀ ਬੁਲਾਇਆ ਗਿਆ ਵੀ ਤੁਸੀਂ ਆਓ। ਗੱਲਾਂ ਹੋ ਰਹੀਆਂ ਸੀ ਤੇ ਗੱਲਾਂ ਦੇ ਵਿੱਚ ਕੁਝ 2 ਅਣਪਛਾਤੇ ਲੜਕੇ ਸੀ, ਉਹਨਾਂ ਨੇ ਉਹਨਾਂ ਨੂੰ ਮਾਰਨਾ ਕੁੱਟਣਾ ਸ਼ੁਰੂ ਕਰ ਦਿੱਤਾ। ਮੈਂ ਸੁਨੀਲ ਜੀ, ਚੋਪੜਾ ਜੀ, ਅਸੀਂ ਉਲਟਾ ਉਹਨਾਂ ਮੁੰਡਿਆਂ ਕੋਲੋਂ ਉਹਨਾਂ ਨੂੰ ਛੁਡਵਾਇਆ, ਉਹਨਾਂ ਨੂੰ ਪਕੜ ਕੇ ਤੇ ਉਹਨਾਂ ਨੂੰ ਮਤਲਬ ਉਹਨਾਂ ਨੇ ਹੱਥ ਛੁਡਾ ਕੇ ਭੱਜੇ ਸਾਡੇ ਕੋਲੋਂ, ਹੈ ਨਾ। ਉਸ ਤੋਂ ਬਾਅਦ ਅਸੀਂ ਇਹਨਾਂ ਨੂੰ ਸੰਭਾਲਣ ਲੱਗ ਪਏ। ਕੋਈ ਇੱਦਾਂ ਦਾ ਮਤਲਬ ਕਿਸੇ ਦੁਕਾਨਦਾਰ ਨੇ ਕਿਸੇ ਤੇ ਹੱਥ ਨਹੀਂ ਚੱਕਿਆ, ਨਾ ਹੀ ਕੋਈ ਅਲਾਉ ਕਰੇਗਾ ਇੱਦਾਂ ਕੁਝ ਵੀ। ਪਰ ਇਹ ਗੱਲ ਆਪਾਂ ਮੰਨਦੇ ਹਾਂ ਵੀ ਉਹਨਾਂ ਦੇ ਨਾਲ ਜਿਹੜੀ ਉਹ ਮਾਰਕੁੱਟ ਦੀ ਗੱਲ ਕਹਿ ਰਹੇ ਨੇ ਉਹ ਸੱਚ ਹੈ। ਬਿਲਕੁਲ, ਉਹ ਮੰਦਭਾਗੀ ਗੱਲ ਹੈ। ਮਾਰਕੁੱਟ ਹੋਈ ਹੈ ਉਹਨਾਂ ਨਾਲ, ਮਤਲਬ ਇੰਨੀ ਵੀ ਨਹੀਂ, ਮਤਲਬ ਉਹਨਾਂ ਨੇ ਪਿੱਛੋਂ ਦੀ ਆ ਕੇ ਉਹਨਾਂ ਨੂੰ 1-2 ਜਿੱਦਾਂ ਚਪੇੜਾਂ ਮਾਰੀਆਂ। ਪਰ ਮਤਲਬ ਕੋਈ ਉਹ ਨਹੀਂ, ਇੱਦਾਂ ਨਹੀਂ ਹੈਗਾ ਵੀ ਬਹੁਤ ਜ਼ਿਆਦਾ ਕੁਛ, ਹੈ ਨਾ। ਠੀਕ ਹੈ, ਉਹ ਹਰਟ ਹੋਏ ਆ, ਸਾਨੂੰ ਬੜਾ ਦੁੱਖ ਲੱਗਾ ਇਸ ਚੀਜ਼ ਦਾ। ਤੇ ਮਤਲਬ ਇਹਦੇ 'ਚ ਕਿਸੇ ਦੁਕਾਨਦਾਰ ਦਾ ਕੋਈ ਹੱਥ ਨਹੀਂ ਹੈ, ਆਪਾਂ ਇਹ 101% ਗੱਲ ਕਹਿ ਸਕਦੇ ਹਾਂ। ਤੇ ਰਾਜਾ ਜੀ, ਇਹ ਵੀ ਇੱਕ ਆਰੋਪ ਲੱਗਾ, ਇੱਕ ਬਹੁਤ ਗੰਭੀਰ ਆਰੋਪ ਜਿਹੜਾ ਲੱਗਾ ਤੁਹਾਡੇ ਉੱਪਰ ਵੀ, ਤੁਸੀਂ ਆਪਣੀ ਲਾਇਸੈਂਸੀ ਰਿਵਾਲਵਰ ਦਿਖਾ ਕੇ ਉਹਨਾਂ ਨੂੰ ਡਰਾਇਆ, ਧਮਕਾਇਆ ਜਾਂ ਧਮਕੀ ਦਿੱਤੀ। ਇਹਦੇ ਵਿੱਚ ਕਿੰਨੀ ਸੱਚਾਈ ਹੈ? ਸਰ, 13 ਸਾਲ ਤੋਂ ਮੈਂ ਲਾਇਸੈਂਸ ਹੋਲਡਰ ਹਾਂ। ਮੈਂ ਪੂਰੀ ਤਰ੍ਹਾਂ ਫੈਕਟਸ ਮੈਨੂੰ ਅੱਛੀ ਤਰ੍ਹਾਂ ਪਤਾ ਹੈ ਇਹਦਾ ਕੀ ਹੈ, ਕਿਹਨੂੰ ਕੀ ਵਿਖਾ ਸਕਦੇ ਆ, ਨਹੀਂ ਵਿਖਾ ਸਕਦੇ। ਮਤਲਬ ਇੱਦਾਂ ਦੀਆਂ ਗੱਲਾਂ ਤੁਸੀਂ ਕੀ ਸਮਝਦੇ ਹੋ ਅਮਿਤ ਜੀ? ਤੁਸੀਂ ਸਾਨੂੰ ਜਾਣਦੇ ਹੋ ਕਿ ਤੁਸੀਂ ਸਮਝਦੇ ਹੋ ਇਹਨਾਂ ਗੱਲਾਂ 'ਚ ਕੁਝ ਸੱਚਾਈ ਹੋ ਸਕਦੀ ਹੈ? ਠੀਕ ਹੈ, ਮੈਂ ਸ਼ਹਿਰਦਾਰ ਹਾਂ, ਇੱਕ ਰਿਸਪੌਂਸੀਬਲ ਬੰਦਾ, ਅਤੇ ਇੱਦਾਂ ਦੇ ਕੰਮ ਉਹ ਕੁਛ ਜਿਹੜੇ ਇੱਦਾਂ ਦੇ ਪੱਤਰਕਾਰ ਹੈ, ਕੁਛ % ਇਹ ਉਹਨਾਂ ਦੀ ਮੈਨੂਪੂਲੇਸ਼ਨ ਹੈ। ਇੱਦਾਂ ਦਾ ਕੁਝ ਵੀ ਨਹੀਂ ਹੈ। 50 ਬੰਦੇ ਇੱਥੇ ਕੋਲ ਹੈ, ਤੁਸੀਂ ਕਿਸੇ ਨੂੰ ਵੀ ਪੁੱਛ ਸਕਦੇ ਹੋ, ਕਿਸੇ ਵੀ ਦੁਕਾਨ ਦਾ ਜਾ ਕੇ। ਸਾਰੇ ਦੁਕਾਨਦਾਰ ਉੱਥੇ ਮੌਜੂਦ ਸੀਗੇ ਪਾਰਕਿੰਗ ਦੇ ਇਸ਼ੂ ਕਰਕੇ। ਕਿਸੇ ਨੂੰ ਵੀ ਜਾ ਕੇ ਤੁਸੀਂ ਪੁੱਛ ਸਕਦੇ ਹੋ ਕਿ ਉਸ ਦਿਨ ਕੋਈ ਰਿਵਾਲਵਰ ਕਿਸੇ ਨੇ ਕਿਸੇ ਨੂੰ ਕੱਢਿਆ ਜਾਂ ਵਿਖਾਇਆ, ਕਿਸੇ ਨੇ ਵੇਖਿਆ ਵੀ ਹੈ। ਹੁਣ ਆਪਾਂ ਗੱਲ ਕਰਾਂਗੇ, ਇੱਕ ਹੋਰ ਸਾਡੇ ਨਾਲ ਕਾਰੋਬਾਰੀ ਮੌਜੂਦ ਨੇ। ਸਰ, ਕੀ ਸ਼ੁਭ ਨਾਮ ਜੀ? ਸੁਨੀਲ ਗਲੋਤਰਾ ਜੀ। ਸੁਨੀਲ ਜੀ, ਕਿਸ ਚੀਜ਼ ਦਾ ਕੰਮ ਹੈ ਆਪਣਾ? ਮੇਰਾ ਆਟੋਮੇਸ਼ਨ ਦਾ ਕੰਮ ਹੈ ਜੀ। ਇੱਥੇ ਹੀ PPR ਮਾਲ 'ਚ ਹੀ ਆਫਿਸ ਹੈ ਤੇ ਤੁਸੀਂ ਵੀ ਐਸੋਸੀਏਸ਼ਨ ਦੇ ਮੈਂਬਰ ਹੋ ਜੀ? ਹਾਂਜੀ ਨਹੀਂ, ਮੈਂ ਐਜ਼ ਅ ਟ੍ਰੇਨਰ ਹਾਂ ਜੀ। ਐਜ਼ ਅ ਟ੍ਰੇਨਰ ਹੋ ਤੁਸੀਂ ਵੀ, ਆਫਿਸ ਬੀਰਰ ਹੈਗੇ ਹੋ ਇਸ ਐਸੋਸੀਏਸ਼ਨ ਦੇ, ਤੇ ਤੁਹਾਡੇ ਉੱਪਰ ਵੀ ਬੜੇ ਗੰਭੀਰ ਦੋਸ਼ ਲੱਗੇ ਨੇ। ਸੇਮ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਰਿਵਾਲਵਰ ਵਾਲੀ, ਉਹ ਵੀ ਤੁਹਾਡੇ ਉੱਪਰ ਆਰੋਪ ਲੱਗੇ ਵੀ ਤੁਸੀਂ ਰਿਵਾਲਵਰ ਕੱਢ ਕੇ ਡਰਾਇਆ, ਧਮਕਾਇਆ। ਕਿਉਂਕਿ ਇਨਸੀਡੈਂਟ ਤੇ ਹੋਇਆ, ਇਹ ਤੇ ਮੰਨ ਲਿਆ ਪ੍ਰਧਾਨ ਜੀ ਨੇ ਵੀ। ਤੇ ਹੁਣ ਤੁਸੀਂ ਤੁਹਾਡਾ ਕੀ ਕਹਿਣਾ ਵੀ ਕਿਆ ਵਾਕਈ ਤੁਸੀਂ ਵੀ ਕੋਈ ਰਿਵਾਲਵਰ ਇਦਾਂ ਦਿਖਾਈ? ਨਹੀਂ ਸਰ, ਨਹੀਂ, ਮੈਂ ਤਾਂ ਰਿਵਾਲਵਰ ਕੈਰੀ ਨਹੀਂ ਕੀਤੀ। ਔਰ ਜਿਵੇਂ ਤੁਹਾਨੂੰ ਅੱਗੇ ਆਲਰੇਡੀ ਰਾਜਾ ਜੀ ਕਹਿ ਚੁੱਕੇ ਆ, ਠੀਕ ਹੈ, ਪੂਰੀ ਮਾਰਕੀਟ ਦੇ ਜਦੋਂ ਰੋਲਾ ਪਿਆ ਕਿ ਇੱਥੇ ਪੇਡ ਪਾਰਕਿੰਗ ਨੂੰ ਲੈ ਕੇ, ਅਸੀਂ ਪੇਡ ਪਾਰਕਿੰਗ ਲਈ ਆਲਮੋਸਟ ਆਈ ਥਿੰਕ ਕੋਈ 100 ਕੁ ਬੰਦਾ ਇੱਥੇ ਸੀਗਾ ਸਾਡੀ ਮਾਰਕੀਟ ਦਾ, ਠੀਕ ਹੈ, ਜਿਹੜੇ ਕਿ ਉਹ ਸਾਰੇ ਗਵਾਹ ਨੇ ਇਸ ਚੀਜ਼ ਦੇ, ਠੀਕ ਹੈ। ਅਸੀਂ ਇੱਥੋਂ ਪਾਰਕਿੰਗ ਦੇ ਮੇਰੇ ਏਰੀਆ ਤੋਂ ਇਕੱਠੇ ਹੋ ਕੇ ਇੱਧਰ ਪਾਰਕਿੰਗ ਏਰੀਆ ਵੱਲ ਜਿੱਧਰ ਰਾਜਾ ਜੀ ਦੀ ਸ਼ਾਪ ਹੈ ਉਧਰ ਇਕੱਠੇ ਹੋਏ ਆ ਸਾਰੇ ਜਣੇ, ਠੀਕ ਹੈ। ਉੱਥੇ ਇਹ ਵੀ ਨੀਚੇ ਆਏ ਹੋਏ ਸੀਗੇ, ਠੀਕ ਹੈ। ਤਾਂ ਉਸ ਦੌਰਾਨ ਅਸੀਂ ਪਾਰਕਿੰਗ ਵਾਲੇ ਬੰਦੇ ਨਾਲ, ਪਾਰਕਿੰਗ ਦਾ ਹੈੱਡ ਹੈ ਜੋ ਵਿਸ਼ਾਲ ਜੀ, ਜਿਨ੍ਹਾਂ ਨੇ ਪਾਰਕਿੰਗ ਲਈ ਸੀਗਾ, ਅਸੀਂ ਉਹਨਾਂ ਨਾਲ ਅਸੀਂ ਆਪਸ 'ਚ ਗੱਲਬਾਤ ਕਰ ਰਹੇ ਸੀਗੇ। ਅਤੇ ਸਾਨੂੰ ਤਾਂ, ਮੈਂ ਤਾਂ ਸ਼ਾਇਦ ਨੇੜੇ ਵੀ ਨਹੀਂ ਸੀਗਾ ਉਸ ਟਾਈਮ ਦੇ ਵਿੱਚ, ਠੀਕ ਹੈ। ਅਤੇ ਉੱਥੇ ਇਹਨਾਂ ਨੂੰ ਕੋਈ ਬੰਦੇ ਆਏ ਆ, ਮੈਂ ਦੇਖਿਆ ਜ਼ਰੂਰ ਹੈ, ਰਾਜਾ ਜੀ ਔਰ ਚੋਪੜਾ ਜੀ, ਇਹਨਾਂ ਦੋਨਾਂ ਨੇ ਉਸ ਬੰਦਿਆਂ ਦੇ ਚਪੇੜਾ ਮਾਰ ਕੇ ਉਹਨੂੰ ਸਗੋਂ ਭਜਾਇਆ। ਉਹਨੇ 2-3 ਚਪੇੜਾ ਮਾਰੀਆਂ, ਕੁਝ ਇੱਦਾਂ ਦਾ ਕੁਝ ਨਹੀਂ ਹੋਇਆ, ਠੀਕ ਹੈ ਜੀ। ਜਿਹੜੀ ਗੱਲ ਤੁਸੀਂ ਕਹਿ ਰਹੇ ਰਿਵਾਲਵਰ ਦੀ, ਤੁਸੀਂ ਇੱਕ ਦੁਕਾਨ 'ਤੇ ਜਾਓ,
ਕਿਸੇ ਨੂੰ ਪੁੱਛੋ ਵੀ ਕਿਸੇ ਨੇ ਕੋਈ ਰਿਵਾਲਵਰ ਕੱਢੀ ਹੈ, ਕਿਸੇ ਨੇ ਕੋਈ ਰਿਵਾਲਵਰ ਦਿਖਾਈ ਹੈ, ਉਹ ਤੁਹਾਨੂੰ ਆਪਣੇ ਆਪ ਦੱਸਣਗੇ ਕਿ ਕਿਹੜੇ ਬੰਦੇ ਨੂੰ ਉਲਟਾ ਬਚਾਇਆ ਇਹਨਾਂ ਨੂੰ। ਇਹ ਸਾਰਾ ਗਲਤ ਵਰਜ਼ਨ ਹੈ, ਠੀਕ ਹੈ ਜੀ, ਸਭ ਕੁਝ ਝੂਠੇ ਆਰੋਪ ਹੈ ਸਾਰੇ, ਕੋਈ ਸੱਚਾਈ ਨਹੀਂ ਇਹਦੇ 'ਚ। ਸੋ ਇਹ ਇਹਨਾਂ ਦਾ ਵੀ ਕਹਿਣਾ ਹੈ ਵੀ ਇਹ ਸਾਰੇ ਝੂਠੇ ਆਰੋਪ ਨੇ। ਹੁਣ ਆਪਾਂ ਗੱਲ ਕਰਾਂਗੇ ਚਾਵਲਾ ਯੂਨੀਫਾਰਮ ਦੇ ਨਵੀਨ ਚਾਵਲਾ ਜੀ ਨਾਲ। ਚਾਵਲਾ ਜੀ ਤੁਸੀਂ ਵੀ ਐਸੋਸੀਏਸ਼ਨ ਦੇ ਮੈਂਬਰ ਹੈਗੇ ਜੀ? ਹਾਂਜੀ ਬਿਲਕੁਲ ਜੀ। ਤੇ ਤੁਹਾਡਾ ਕੀ ਕਹਿਣਾ ਹੈ ਵੀ ਜੋ ਇਹ ਕੰਪਲੇਂਟ ਹੈ, ਜੋ ਆਰੋਪ ਨੇ, ਕਿਉਂਕਿ ਜਿਹੜੀ ਕੰਪਲੇਂਟ ਗਈ ਉਹਦੇ 'ਚ ਤੁਹਾਡਾ ਨਾਮ ਵੀ ਉਹਨਾਂ ਨੇ ਸਪੈਸੀਫਿਕਲੀ ਮੈਂਸ਼ਨ ਕੀਤਾ ਹੈ, ਤੇ ਕਿਆ ਇਹ ਕੰਪਲੇਂਟ ਸਹੀ ਹੈ? ਬਿਲਕੁਲ ਗਲਤ ਕੰਪਲੇਂਟ ਹੈ ਜੀ। ਰੁਚੀ ਜੀ ਨੂੰ ਬਿਲਕੁਲ ਭਰਾ ਵਰਗੀ, ਪੂਰਾ ਭਰਾ, ਛੋਟਾ ਭਰਾ ਬਣਾ ਕੇ ਜਿੱਥੇ ਵੀ ਹੋਇਆ ਮਿਲਿਆ, ਜਦ ਵੀ ਕੋਈ ਪ੍ਰੋਬਲਮ ਹੁੰਦੀ ਉਹਨੂੰ ਬੁਲਾਉਣਾ, ਉਹਨੂੰ ਬੁਲਾ ਕੇ ਉਹਨੂੰ ਹਮੇਸ਼ਾ ਕੰਸੋਲ ਕਰਦਾ। ਰੁਚੀ ਜੀ ਕਿਉਂ ਹੀ ਸਮਵਟ ਡਾਇਨਾਮਿਕ, ਮੈਂ ਹਮੇਸ਼ਾ ਕਹਿੰਦਾ ਯਾਰ ਤੂੰ ਆਪਾਂ ਪੋਜ਼ਿਟਿਵਲੀ ਲਾਈਏ, ਆਪਾਂ ਡਾਇਨਾਮਿਕ ਪੋਜ਼ਿਟਿਵ ਅਸਰ ਰੱਖੀ ਹੈ। ਜੇ ਅੱਗੇ ਵੀ ਦੁਕਾਨ ਆਪਣੇ ਮਾਰਕੀਟ 'ਚ ਚੋਰੀ ਦਾ ਮਾਮਲਾ ਸੀਗਾ, ਤਦ ਵੀ ਰੁਚੀ ਨੂੰ ਬੁਲਾਇਆ। ਉਸ ਤੋਂ ਬਾਅਦ ਆਪਣਾ ਲੰਗਰ ਦਾ ਸੀਗਾ, ਤਦ ਵੀ ਅਸੀਂ ਇੱਥੇ ਹੁਣੇ ਹਫ਼ਤਾ ਪਹਿਲੇ ਲੰਗਰ ਲਾਇਆ। ਇਹਨੂੰ ਹਮੇਸ਼ਾ ਹੀ ਮੈਂ ਬੁਲਾਉਂਦਾ, ਮੈਂ ਕਿਹਾ ਰੁਚੀ ਨਹੀਂ ਯਾਰ ਤੈਨੂੰ ਅੱਗੇ ਲਗਾਉਣਾ, ਆਪਾਂ ਮੈਂ ਤਾਂ ਅੱਗੇ ਲਗਾਉਣਾ, ਐਦਾਂ ਦਾ ਕੋਈ ਮਸਲਾ ਨਹੀਂ ਭਾਜੀ। ਪਰ ਇੱਕ ਗੱਲ ਤੇ ਨਵੀਨ ਜੀ, ਇਹ ਗੱਲ ਤੇ ਮੰਨਣ ਵਾਲੀ ਹੈਗੀ ਆ, ਮੈਂ ਪ੍ਰਧਾਨ ਜੀ ਨਾਲ ਵੀ ਦੁਬਾਰਾ ਗੱਲ ਜ਼ਰੂਰ ਕਰਨਾ ਚਾਹੂੰਗਾ ਔਰ ਬਾਕੀ ਤੁਹਾਡੇ ਜਿਹੜੇ ਐਸੋਸੀਏਸ਼ਨ ਦੇ ਮੈਂਬਰਸ ਹੈ, ਵੀ ਜਲੰਧਰ ਦੀ ਪੀਪੀਆਰ ਮਾਲ ਜਿਹੜੀ ਮਾਰਕੀਟ ਹੈ ਉਹ ਕਿਤੇ ਨਾ ਕਿਤੇ ਇਸ ਗੱਲ ਲਈ ਬੜਾ ਬਦਨਾਮ ਹੋ ਚੁੱਕੀ ਹੈ ਵੀ ਇੱਥੇ ਰਾਤ ਨੂੰ ਸਰੇਆਮ ਸ਼ਰਾਬਾਂ ਚੱਲਦੀਆਂ। ਤੁਹਾਡੇ ਹੀ ਲੋਕਾਂ ਦੇ ਦੁਕਾਨਾਂ ਦੇ ਬਾਹਰ ਇੱਥੇ ਗੁੰਡਾਗਰਦੀ ਦਾ ਮਾਹੌਲ ਵੀ ਦੇਖਣ ਨੂੰ ਮਿਲਿਆ। ਬਹੁਤ ਵਾਰ ਇੱਥੇ ਸਰੇਆਮ ਇੱਥੇ ਖੂਨੋ ਖੂਨ ਹੋਏ ਨੇ, ਲੋਕ ਆਪਸ 'ਚ ਹੱਥਾਪਾਈ ਹੋਈ ਹੈ, ਸਿਰ ਵੀ ਫਟੇ ਨੇ। ਫਿਰ ਇਸ ਮਾਰਕੀਟ ਦੇ ਵਿੱਚ ਹੀ ਜਿਹੜਾ ਜਲੰਧਰ ਦਾ ਬਹੁਤ ਵੱਡਾ ਇੱਕ ਮਾਮਲਾ ਸਾਹਮਣੇ ਆਇਆ ਸੀ, ਇੱਕ ਨਾਬਾਲਿਗ ਨਾਲ ਰੇਪ ਦਾ ਮਾਮਲਾ ਸੀ, ਉਹਦੇ ਵਿੱਚ ਵੀ ਜਿਹੜਾ ਕਲਾਊਡ ਸਪਾ ਸੈਂਟਰ ਸੀ ਉਹ ਇੱਥੇ ਹੀ ਸੀਗਾ। ਤਾਂ ਕਿਤੇ ਨਾ ਕਿਤੇ ਤੁਹਾਨੂੰ ਨਹੀਂ ਲੱਗਦਾ ਵੀ ਤੁਹਾਡੇ ਦੁਕਾਨਦਾਰਾਂ ਦੀ ਵੀ ਇਹ ਜਿਹੜੀ ਜ਼ਿੰਮੇਵਾਰੀ ਹੈ ਵੀ ਤੁਹਾਡੇ ਹੀ ਅਗਰ ਕਿਸੇ ਦੁਕਾਨਦਾਰ ਦੇ ਉੱਪਰ ਇੱਦਾਂ ਹਮਲਾ ਹੋ ਰਿਹਾ ਹੈ ਔਰ ਉਸ ਦੁਕਾਨਦਾਰ ਨੂੰ ਲੱਗ ਰਿਹਾ ਵੀ ਮੇਰੇ ਮੈਂਬਰ ਮੇਰੇ ਤੇ ਹਮਲਾ ਕਰ ਰਹੇ ਨੇ, ਕਿਤੇ ਨਾ ਕਿਤੇ ਤੇ ਕੁਛ ਨਾ ਕੁਛ ਤੇ ਗੈਪ ਹੈਗਾ? ਭਾਜੀ ਬਿਲਕੁਲ ਗਲਤ ਗੱਲ ਹੈ। ਬਚਾਇਆ, ਸਾਰਿਆਂ ਨੇ ਬਚਾਇਆ, ਕਿਸੇ ਨੇ ਹੱਥ ਨਹੀਂ ਲਾਇਆ। ਇਹ 100 ਦੁਕਾਨਦਾਰ ਹੈ, 100 ਦੁਕਾਨਦਾਰ ਜੋ ਇੱਕ ਵੀ ਕਹਦੇ ਬਚਾਇਆ। ਰੁਚੀ ਨੂੰ ਸਮਝਾਇਆ ਕਿ ਇਹ ਲੋਕ ਕੌਣ ਸੀਗੇ ਜਿਹੜੇ ਬਾਹਰੋਂ ਆਏ ਸੀ? ਪਤਾ ਨਹੀਂ ਲੱਗਾ ਭਾਜੀ। ਆਪਾਂ ਤੇ ਆਪਣਾ ਐਕਚੁਅਲੀ ਅਸੀਂ ਉਲਝੇ ਪਏ ਸੀ ਆ ਪਾਰਕਿੰਗ ਵਾਲਿਆਂ ਨਾਲ, ਉਹ ਵੀ ਤੁਹਾਨੂੰ ਪਤਾ ਹੈ ਇਨਫਲੂਐਂਸ਼ੀਅਲ ਬੰਦੇ ਸੀ, ਅਸੀਂ ਤਾਂ ਸਾਰੇ ਉਲਝੇ ਪਏ ਸੀ। ਉਧਰ ਪਿੱਛੇ ਪਤਾ ਨਹੀਂ ਕੀ ਗੱਲ ਹੋਈ, ਤੇ ਕਿਆ ਕੋਈ ਪਾਰਕਿੰਗ ਵਾਲੇ ਬੰਦਿਆਂ ਨੇ ਮਾਰਕੁਟਾਈ ਕੀਤੀ? ਨਾ ਨਾ ਨਾ, ਪਾਰਕਿੰਗ ਵਾਲਿਆਂ ਨੇ ਨਹੀਂ ਕੀਤੀ ਕਿਸੇ ਨੇ, ਪਤਾ ਹੀ ਨਹੀਂ ਲੱਗਾ ਭਾਜੀ। ਪਤਾ ਹੀ ਨਹੀਂ ਲੱਗਾ। ਤੇ ਉਹ ਫਿਰ ਕੋਈ ਰੁਚਿਨ ਉਹਨਾਂ ਦੀ ਕੋਈ ਜ਼ਾਤੀ ਨਿੱਜੀ ਰੰਜਿਸ਼ ਸੀ ਕਿਸੇ ਹੋ ਸਕਦਾ, ਮੈਂ ਕਹਿ ਨਹੀਂ ਸਕਦਾ, ਹੋ ਸਕਦਾ। ਤੁਹਾਡਾ ਕਹਿਣਾ ਵੀ ਨਿੱਜੀ ਰੰਜਿਸ਼ ਵੀ ਹੋ ਸਕਦੀ ਹੈ, ਜਿਸ ਕਰਕੇ ਕੁਝ ਆਊਟਸਾਈਡਰਸ ਮਾਰਕੀਟ 'ਚ ਆਏ ਜਿਨ੍ਹਾਂ ਨੇ ਹੀ ਤੁਹਾਡੇ ਇੱਕ ਦੁਕਾਨਦਾਰ ਸਾਥੀ ਦੇ ਉੱਪਰ ਦਾ ਹਮਲਾ ਕੀਤਾ। ਤੇ ਉਲਟਾ ਸਗੋਂ ਉਹਨੂੰ ਬਚਾਇਆ ਹੀ ਹੈ ਸਰ, ਅਸੀਂ ਉਹਨੂੰ ਬਚਾਇਆ ਹੀ ਹੈ। ਜਿੰਨੇ ਵੀ ਬੰਦੇ ਆਏ ਨਾ, ਤਾਂ ਉਹ ਬੰਦੇ ਕਦੋਂ ਆਏ ਆ, ਉਹਨਾਂ ਨੇ ਕੁਝ ਜ਼ਿਆਦਾ, ਤੁਹਾਨੂੰ ਮੈਂ ਅੱਗੇ ਵੀ ਰਿਪੀਟ ਕਰਿਆ, ਕੁਝ ਨਹੀਂ ਹੋਇਆ, ਇੰਨਾ ਵੱਡਾ ਇਸ਼ੂ ਕੁਝ ਨਹੀਂ ਹੈ ਜਿੰਨੇ ਵੱਡੇ ਆਰੋਪ ਲਗਾ ਰਹੇ ਆ ਸਾਡੇ ਉਲਟਾ, ਠੀਕ ਹੈ। ਉਹਨਾਂ ਦੇ ਵਿੱਚ ਸਿਰਫ 2 ਜਿਹੜੇ ਬੰਦੇ ਆਏ, ਉਹਨਾਂ ਨੇ 2-3 ਸਿਰਫ ਚਪੇੜਾਂ ਮਾਰੀਆਂ ਸਾਡੇ ਦੇਖਦੇ ਦੇਖਦੇ ਹੀ। ਅਸੀਂ ਪਾਰਕਿੰਗ ਵੱਲ ਉਲਝੇ ਹੋਏ ਆ, ਮੈਂ ਫਿਰ ਰਿਪੀਟ ਕਰ ਰਿਹਾ, ਔਰ ਉਹਨਾਂ ਨੇ ਆਇਆ 2-3 ਚਪੇੜਾਂ ਮਾਰੀਆਂ ਔਰ ਇਹਨਾਂ 2 ਸ਼ਖਸ ਨੇ ਸਿਰਫ ਉਹਨਾਂ ਨੂੰ ਬਚਾਇਆ। ਪ੍ਰਧਾਨ ਜੀ, ਇੱਥੇ ਐਡੀ ਵੱਡੀ ਮਾਰਕੀਟ ਹੈ, ਮੈਨੂੰ ਲੱਗਦਾ ਹੈ ਵੀ ਇੱਥੇ ਇੰਨੀਆਂ ਸੈਂਕੜੇ ਦੁਕਾਨਾਂ ਹੈ ਤੇ ਸੀਸੀਟੀਵੀ ਕੈਮਰੇ ਵੀ ਇੱਥੇ ਲੱਗੇ ਹੋਣਗੇ? ਬਿਲਕੁਲ ਲੱਗੇ ਹੋਏ ਆ ਜੀ, ਸੀਸੀਟੀਵੀ ਕੈਮਰੇ ਲੱਗੇ ਹੋਏ ਆ। ਤੇ ਕਿਆ ਤੁਸੀਂ ਐਜ਼ ਅ ਮਾਰਕੀਟ ਦੇ ਪ੍ਰਧਾਨ ਉਸ ਦਿਨ ਦੀ ਘਟਨਾ ਦੀ ਸੀਸੀਟੀਵੀ ਫੁਟੇਜ ਚੈੱਕ ਕਰਨ ਦੀ ਕੋਸ਼ਿਸ਼ ਕੀਤੀ? ਬਿਲਕੁਲ ਕੀਤੀ ਜੀ। ਐਕਚੁਅਲੀ ਕੀ ਹੈ, ਜਿਹੜੀ ਜਗ੍ਹਾ ਤੇ ਇਨਸੀਡੈਂਟ ਹੋਇਆ ਉੱਥੇ ਸੀਸੀਟੀਵੀ ਅਪਰੋਚ ਨਹੀਂ ਕਰਦਾ, ਨੁੱਕਰ 'ਚ ਅਸੀਂ ਕਾਰਨਰ 'ਚ ਬਿਲਕੁਲ ਕਾਰਨਰ ਤੇ ਹੈ। ਇੱਕ ਅਮਿਤ ਜੀ, ਮੈਂ ਤੁਹਾਡੀ ਇੱਕ ਗੱਲ ਦਾ ਜ਼ਰੂਰ ਜਵਾਬ ਦੇਣਾ ਚਾਹਾਂਗਾ, ਤੁਹਾਨੂੰ ਆਸ਼ਵਾਸਨ ਦਿਆਂਗਾ, ਤੁਸੀਂ ਬੜੀ ਨੇੜੇ ਰਹਿੰਦੇ ਹੋ, ਤੁਸੀਂ ਆਉਣ ਵਾਲੇ ਟਾਈਮ ਵਿੱਚ ਇਸ ਮਾਰਕੀਟ ਵਿੱਚ ਉਹ ਚੀਜ਼ ਦੇਖੋਗੇ ਜਿਹੜਾ ਤੁਸੀਂ ਕਹੋਗੇ ਹਾਂ ਹਾਂ ਹੁਣ ਮਜ਼ਾ ਆਇਆ। ਜਿਹੜੀਆਂ ਤੁਸੀਂ ਇਹ ਗੱਲਾਂ ਕਹੀਆਂ, ਅਸੀਂ ਕਿਸੇ ਵੀ ਬੈਡ ਐਲੀਮੈਂਟ ਔਰ ਕਾਨੂੰਨ ਤੋੜਨ ਵਾਲੀ ਕਿਸੇ ਵੀ ਗੱਲ ਦੀ ਪ੍ਰੋੜਤਾ ਨਹੀਂ ਕਰਦੇ। ਅੱਜ ਵੀ ਸਾਡੀ ਕੋਰ ਕਮੇਟੀ ਦੀ ਮੀਟਿੰਗ ਇਸੇ ਗੱਲਾਂ ਨੂੰ ਲੈ ਕੇ ਤਕਰੀਬਨ ਹਰੇਕ ਹਫ਼ਤੇ ਹੁੰਦੀ ਹੈ ਕਿ ਅਸੀਂ ਇਹਨੂੰ ਇੰਨਾ ਖੂਬਸੂਰਤ ਬਣਾਵਾਂਗੇ ਕਿ ਫੈਮਲੀਜ਼ ਇੱਥੇ ਆਉਣ ਤੋਂ ਡਰਨ ਨਾ। ਹਾਂਜੀ, ਜਿਹੜਾ ਆ ਸ਼ਰਾਬ ਵਾਲੀ ਗੱਲ ਹੈ, ਸਾਡੀ ਟਾਈਮ ਤੇ SHO ਸਾਹਿਬ ਨਾਲ ਇੱਦਾਂ ਸਾਡੀਆਂ ਗੱਲਾਂ ਮੀਟਿੰਗਾਂ ਹੁੰਦੀਆਂ ਰਹਿੰਦੀਆਂ। ਛੇਤੀ ਇਸ ਚੀਜ਼ ਤੋਂ ਅਸੀਂ ਨਿਜਾਤ ਪਾ ਲਾਂਗੇ ਔਰ ਉਹਨਾਂ ਦੁਕਾਨਦਾਰਾਂ ਨੂੰ ਨਾਲ ਲੈ ਕੇ ਉਹਨਾਂ ਦੇ ਬਿਜ਼ਨਸ ਨੂੰ ਵੀ। ਪਰ ਪ੍ਰਧਾਨ ਜੀ, ਇੱਕ ਗੱਲ ਤੇ ਹੈਗੀ ਹੈ ਨਾ, ਦੇਖੋ ਇੱਥੇ ਮੈਕਸਿਮਮ ਫੂਡ ਇੰਡਸਟਰੀ, ਇੱਥੇ ਜਲੰਧਰ ਦੀ ਅਗਰ ਆਪਾਂ ਗੱਲ ਕਰੀਏ, ਪੀਪੀਆਰ ਮਾਲ ਇੱਕ ਇਹੋ ਜਿਹਾ ਡੈਸਟੀਨੇਸ਼ਨ ਬਣ ਚੁੱਕਾ ਹੈ ਜਿੱਥੇ ਲੋਕ ਸ਼ਾਮ ਨੂੰ ਖਾਣ ਪੀਣ ਲਈ, ਇੱਥੇ ਮौज ਮਸਤੀ ਲਈ ਮੈਂ ਕਹਿ ਸਕਦਾ ਵੀ ਇੱਥੇ ਆਉਣਾ ਪਸੰਦ ਕਰਦੇ ਨੇ। ਬਹੁਤ ਸਾਰੇ ਜਿਹੜੇ ਯੁਵਾ ਲੜਕੇ ਲੜਕੀਆਂ ਨੇ ਉਹ ਵੀ ਇੱਥੇ ਆਉਂਦੇ ਨੇ, ਦੂਰੋਂ ਦੂਰੋਂ ਪਿੰਡਾਂ ਤੋਂ ਵੀ ਲੋਕ ਇੱਥੇ ਆਉਂਦੇ ਨੇ। ਇੱਕ ਤਰ੍ਹਾਂ ਦਾ ਇੱਕ ਪਿਕਨਿਕ ਸਪੌਟ ਵੀ ਬਣ ਚੁੱਕਾ ਹੈ। ਕਿਆ ਇਹ ਜਿਹੜੇ ਦੁਕਾਨਦਾਰ ਹੈਗੇ ਨੇ ਜਿਹੜੇ ਕਿ ਸਰੇਆਮ, ਜਿਨ੍ਹਾਂ ਨੇ ਸਾਰੇ ਨਿਯਮ ਕਾਨੂੰਨਾਂ ਨੂੰ ਛਿੱਕੇ ਤੇ ਟੰਗਿਆ ਹੋਇਆ ਹੈ, ਅਵੈਧ
ਅਵੈਧ ਤਰੀਕੇ ਨਾਲ ਸ਼ਰਾਬ ਪਿਲਾਉਂਦੇ ਨੇ, ਅਵੈਧ ਤਰੀਕੇ ਨਾਲ ਰਸਤਾ ਜਿਹੜਾ ਲੋਕਾਂ ਦੇ ਆਵਾਜਾਈ ਲਈ ਪੈਦਲ ਜਿਹੜੇ ਇਸ ਖੂਬਸੂਰਤ ਮਾਰਕੀਟ ਦੇ ਵਿੱਚ ਪੈਦਲ ਘੁੰਮਣਾ ਚਾਹੁੰਦੇ ਆ ਪਰਿਵਾਰ ਦੇ ਨਾਲ, ਬਹੁਤ ਸਾਰੇ ਆਸ-ਪਾਸ ਰਿਹਾਇਸ਼ੀ ਇਲਾਕਾ ਹੈ, ਉਹ ਵੀ ਇੱਥੇ ਆ ਕੇ ਆਪਣਾ ਫੈਮਿਲੀ ਨਾਲ, ਲੇਡੀਜ਼ ਬੱਚਿਆਂ ਨਾਲ ਸੈਰ ਕਰਨਾ ਚਾਹੁੰਦੇ ਨੇ। ਪਰ ਇੱਥੇ ਰਸਤੇ ਸਾਰੇ ਦੁਕਾਨਾਂ ਦੇ ਵਿੱਚ ਦੇਖੋ, ਇਹ ਹੁਣ ਅਗਰ ਆਪਾਂ ਸਾਹਮਣੇ ਹੀ ਦੇਖ ਰਹੇ ਹਾਂ, ਮੈਂ ਕੈਮਰਾਮੈਨ ਨੂੰ ਕਹੂੰਗਾ ਇੱਕ ਵਾਰੀ ਜ਼ਰਾ ਕੈਮਰਾ ਉੱਧਰ ਜ਼ਰੂਰ ਕਰਨ। ਇਹ ਨੀਚੇ ਇੱਕ ਪਾਓ ਭਾਜੀ ਵਾਲਾ ਇੱਕ ਜਾਂ ਬੇਲਪੂਰੀ ਵਾਲਾ ਇੱਕ ਸਟੈਂਡ ਲੱਗਾ ਹੋਇਆ ਵੈ। ਹੁਣ ਇਸ ਤਰ੍ਹਾਂ ਦੇ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਵੈ, ਇਹ ਕਿਤੇ ਨਾ ਕਿਤੇ ਦੇਖੋ ਨਾ, ਇਹ ਹੁਣ ਕੋਈ ਕਿਰਾਇਆ ਤਾਂ ਨਹੀਂ ਦੇ ਰਹੇ ਇੱਥੇ। ਅਗਰ ਇਹ ਇੱਥੇ ਖੜੇ ਨੇ ਤੇ ਇਟ ਮੀਨਸ ਇਹੋ ਜਿਹੇ ਹੋਰ ਬੰਦੇ ਵੀ ਬਹੁਤ ਹੈਗੇ ਨੇ। ਸੋ ਕਿਤੇ ਨਾ ਕਿਤੇ ਪ੍ਰਧਾਨ ਜੀ ਜਿਹੜੀ ਇਹ ਚੀਜ਼ਾਂ ਹੈ, ਜਿੱਦਾਂ ਸ਼ਰਾਬ ਪਿਲਾਈ ਜਾਂਦੀ, ਰਸਤਾ ਰੋਕਿਆ ਗਿਆ, ਕਾਨੂੰਨ ਦੀ ਜਿਹੜੀ ਆ ਧੱਜੀਆਂ ਉਡਾਈ ਜਾ ਰਹੀਆਂ, ਪਾਰਕਿੰਗ ਬੜੀ ਬੇਤਰਤੀਬ ਤਰੀਕੇ ਨਾਲ ਇੱਥੇ ਕੀਤੀ ਜਾਂਦੀ ਹੈ। ਆਮ ਆਦਮੀ ਅਗਰ ਇੱਥੋਂ ਲੰਘਣਾ ਚਾਹੇ ਤਾਂ ਇੰਨਾ ਰਸ਼ ਹੁੰਦਾ ਵੀ ਛੇਤੀ ਇੱਥੋਂ ਲੰਘ ਹੀ ਨਹੀਂ ਸਕਦੇ, ਜਦ ਕਿ ਇਹ ਮਾਰਕੀਟ ਵੈਲ ਪਲੈਨਡ ਮਾਰਕੀਟ ਹੈ। ਤੇ ਤੁਸੀਂ ਅਹੁਦੇਦਾਰ ਹੋ ਇਸ ਮਾਰਕੀਟ ਦੇ, ਕਦੀ ਇਹਨਾਂ ਚੀਜ਼ਾਂ ਵੱਲ ਵੀ ਧਿਆਨ ਦਿੱਤਾ? ਅਮਿਤ ਜੀ, ਮੈਂ ਤੁਹਾਨੂੰ ਦੱਸਣਾ ਚਾਹਾਂਗਾ, ਪਿਛਲੇ 7-8 ਸਾਲ ਤੋਂ ਇੱਥੇ ਇੱਕ ਐਸੋਸੀਏਸ਼ਨ ਸੀ, ਬਗੈਰ ਨਾਮ ਲਿੱਤਿਓ, ਜਿਨ੍ਹਾਂ ਦੇ ਪ੍ਰਧਾਨ ਜੀ ਨੇ ਕੁਛ ਇੱਦਾਂ ਦੇ ਕੰਮ ਇੱਥੇ ਕੀਤੇ ਜਿਹੜੇ ਮੈਂ ਚੈਨਲ 'ਤੇ ਨਹੀਂ ਬੋਲ ਸਕਦਾ। ਹਫਤਾ ਇਹ ਉਹ ਸਭ ਕੁਝ ਹੋਇਆ। ਉਹਦੇ ਵਿੱਚ ਜਿਹੜੀ ਸੀ ਨਾ ਮਾਰਕੀਟ ਦੀ ਬਿਊਟੀਫਿਕੇਸ਼ਨ, ਉਹ ਕਿਤੇ ਲੁਕ ਗਈ, ਉਹਦੇ ਵੱਲ ਧਿਆਨ ਨਹੀਂ ਦਿੱਤਾ ਗਿਆ। ਸਾਨੂੰ 4 ਮਹੀਨੇ ਹੋਏ ਆ, ਮੈਂ ਤੁਹਾਨੂੰ 6 ਕੰਮ ਇੱਦਾਂ ਦੇ ਗਿਣਾ ਸਕਦਾ। ਪਿੱਛੇ ਬਹੁਤ ਜ਼ਿਆਦੀਆਂ ਚੋਰੀਆਂ ਹੁੰਦੀਆਂ ਸੀ, ਅਸੀਂ ਉਹਨੂੰ ਬਿਲਕੁਲ ਕਲੋਜ਼ ਕੀਤਾ, ਬਿਲਕੁਲ ਉਸ ਏਰੀਆ ਨੂੰ ਹੀ ਸੀਲਡ ਕਰ ਦਿੱਤਾ। ਪਿੱਛੇ ਪੱਕੇ 3 ਬੰਦੇ ਰੱਖ ਦਿੱਤੇ। ਆਲਵੇਜ਼ ਮੈਨੇਜਮੈਂਟ ਦਾ ਇੰਨਾ ਕੋਆਪਰੇਟ ਰਿਹਾ 4 ਮਹੀਨਿਆਂ 'ਚ। ਅਸੀਂ ਜੋ ਵੀ ਮੰਗਿਆ, ਹੁਣ ਤੁਸੀਂ ਰਾਤ ਨੂੰ ਇੱਥੇ ਆ ਕੇ ਦੇਖੋਗੇ, ਰਾਤ ਨੂੰ ਸਾਡੇ ਕੋਲ 3 ਸਿਕਿਉਰਿਟੀ ਗਾਰਡਸ ਹੈ। ਮਤਲਬ ਅਸੀਂ 4 ਮਹੀਨਿਆਂ 'ਚ ਇੰਨਾ ਕੁਝ ਕਰ ਦਿੱਤਾ ਵੀ ਜਿਹੜਾ ਹੁਣ ਜਿਹੜੇ ਛੋਟੇ ਛੋਟੇ ਕੰਮ ਤੁਸੀਂ ਕਹਿ ਰਹੇ ਹੋ, ਬੜੀ ਜਲਦੀ ਸਾਡੀਆਂ ਦੇਖੋ ਸਾਰੇ ਹੀ ਜਿੰਨੇ ਵੀ ਮੇਰੇ ਮੈਂਬਰ ਸਾਹਿਬਾਨ ਨੇ, ਕੋਰ ਕਮੇਟੀ ਹੈ, ਸਾਰੇ ਆਪਣਾ ਬਿਜ਼ਨਸ ਛੱਡ ਕੇ ਅਸੀਂ 3 ਘੰਟੇ ਰੋਜ਼ ਇਸ ਚੀਜ਼ ਨੂੰ ਦੇ ਰਹੇ ਹਾਂ ਵੀ ਇਹਨੂੰ ਹੋਰ ਕਿੱਦਾਂ ਖੂਬਸੂਰਤ ਕਰੀਏ। ਛੇਤੀ ਤੁਸੀਂ ਫੈਮਿਲੀ ਨਾਲ ਆਓਗੇ ਔਰ ਅਸੀਂ ਤੁਹਾਨੂੰ ਇਨਵਾਈਟ ਕਰਾਂਗੇ। ਅਮਿਤ ਜੀ, ਅੱਜ ਤੁਸੀਂ ਪੈਦਲ ਆ ਕੇ ਫੈਮਿਲੀ ਨਾਲ ਆ ਕੇ ਸਾਨੂੰ ਦੱਸਣਾ ਹੈ ਤੁਹਾਡੀ ਕੀ ਰਿਪੋਰਟ ਹੈ। ਪ੍ਰਧਾਨ ਜੀ ਬਹੁਤ ਵਧੀਆ ਗੱਲ ਕਿ ਇੱਕ ਲਾਸਟ ਕੁਐਸਚਨ ਮੈਂ ਨਵੀਨ ਜੀ ਕੋ ਕਰਨਾ ਚਾਹੁੰਦਾ। ਮੈਂ ਨਵੀਨ ਜੀ, ਜਿਸ ਤਰ੍ਹਾਂ ਕੱਲ ਯਾਨੀ ਕਿ ਬੀਤੇ ਦਿਨੀ ਐਕਸਾਈਜ਼ ਵਿਭਾਗ ਵੱਲੋਂ ਇੱਥੇ ਬਹੁਤ ਵੱਡੇ ਪੱਧਰ ਦੇ ਉੱਪਰ ਰੇਡ ਕੀਤੀ ਗਈ ਔਰ ਬਹੁਤ ਸਾਰੀ ਚੀਜ਼ਾਂ ਆਪਾਂ ਦੇਖੀਆਂ ਖਬਰਾਂ 'ਚ ਵੀ ਕਿਸ ਤਰੀਕੇ ਦੇ ਨਾਲ ਇੱਥੋਂ ਦੇ ਜਿਹੜੇ ਰੈਸਟੋਰੈਂਟ ਵਾਲੇ, ਜਿਹੜੇ ਇੱਥੋਂ ਦੇ ਦੁਕਾਨਦਾਰ ਨੇ ਖਾਣ ਪੀਣ ਵਾਲੇ, ਉਹ ਸਰੇਆਮ ਇੱਥੋਂ ਤੱਕ ਕਿ ਕੁਝ ਦੁਕਾਨਦਾਰ ਤੇ ਆਪਣੇ ਉੱਥੇ ਅਵੈਧ ਸ਼ਰਾਬ ਵੀ ਵੇਚ ਰਹੇ ਨੇ, ਜਿਹੜੇ ਕਿ ਬਿਲਕੁਲ ਹੀ ਕਾਨੂੰਨਨ ਗਲਤ ਹੈ। ਕੋਈ ਵੀ ਆਦਮੀ, ਕੋਈ ਦੁਕਾਨਦਾਰ ਜਿਹਦੇ ਕੋਲ ਸ਼ਰਾਬ ਵੇਚਣ ਦਾ ਲਾਇਸੈਂਸ ਨਹੀਂ ਹੈ, ਠੇਕਾ ਨਹੀਂ ਹੈ, ਉਹ ਸ਼ਰਾਬ ਨਹੀਂ ਵੇਚ ਸਕਦਾ। L2 ਲਾਇਸੈਂਸ ਚਾਹੀਦਾ ਉਹਦੇ ਵਾਸਤੇ, ਪਰ ਉਹ ਨਹੀਂ ਸੀਗਾ ਕਿਸੇ ਕੋਲ, ਫਿਰ ਵੀ ਇੱਥੇ ਸ਼ਰਾਬ ਵਿਕਦੀ ਪਈ ਸੀ। ਤੇ ਕਿਆ ਤੁਸੀਂ ਇਹ ਔਨ ਕੈਮਰਾ, ਤੁਸੀਂ ਐਜ਼ ਏ ਐਸੋਸੀਏਸ਼ਨ ਦੇ ਬੜੇ ਸੀਨੀਅਰ ਸਾਰੇ ਪਦਾਧਿਕਾਰੀ ਔਰ ਤੁਸੀਂ ਇਸ ਮਾਰਕੀਟ ਲਈ ਤੁਸੀਂ ਸੋਚਦੇ ਪਏ ਹੋ, ਅੱਛਾ ਤੁਸੀਂ ਕਿਆ ਇਹ ਪ੍ਰੋਮਿਸ ਕਰਦੇ ਹੋ ਸ਼ਹਿਰ ਦੀ ਜਨਤਾ ਨੂੰ ਵੀ ਇੱਦਾਂ ਦੇ ਜਿਹੜੇ ਲੋਕ ਅਵੈਧ ਸ਼ਰਾਬ ਪਿਲਾਉਣਗੇ ਉਹਨਾਂ ਦੇ ਖਿਲਾਫ ਤੁਸੀਂ ਬਣਦੀ ਕਾਨੂੰਨੀ ਕਾਰਵਾਈ ਕਰਵਾਉਣ ਦੇ ਵਿੱਚ ਸਹਿਯੋਗ ਦਿਓਗੇ? ਅਸੀਂ ਸਾਰੇ ਮਤਲਬ ਕੋਈ ਵੀ ਇਲੀਗਲ ਐਕਟੀਵਿਟੀ ਅਸੀਂ ਬਿਲਕੁਲ ਨਹੀਂ ਹੋਣ ਦੇਵਾਂਗੇ ਇੱਥੇ। ਅਸੀਂ ਪੂਰੀ ਕੋਸ਼ਿਸ਼ ਹੈ ਜੋ ਫੈਮਿਲੀ ਮਾਰਕੀਟ ਬਣੇ। PPR ਮਾਰਕੀਟ ਸ਼ੁੱਡ ਬੀ ਫੈਮਿਲੀ ਮਾਰਕੀਟ। ਦੁਨੀਆ ਮਤਲਬ ਪੂਰਾ ਪੰਜਾਬ ਛੱਡ ਕੇ ਪੂਰਾ ਹਿਮਾਚਲ ਵੀ ਦੇਖਣ ਆਏ ਵਾਟ ਇਜ਼ ਟਾਈਪ ਆਫ ਮਾਰਕੀਟ। ਔਰ ਇੱਥੇ ਅਸੀਂ 4 ਮਹੀਨੇ 'ਚ ਪੂਰੀ ਡਾਇਨਾਮਿਜ਼ਮ ਚੇਂਜ ਲਿਆਂਦੀ ਹੈ। 4 ਮਹੀਨੇ ਪਹਿਲੇ ਕੁਝ ਨਹੀਂ ਸੀਗਾ। ਮੇਰੇ AC 3 ਵਾਰ ਚੋਰੀ ਹੋਏ ਆ, ਮੇਰੇ ਪਲਾਂਟ ਡੈੱਡ ਹੋ ਗਏ ਜੀ। ਚੋਰੀ ਦਾ ਵੀ ਕੋਈ ਸਿਸਟਮ ਨਹੀਂ ਬੰਦਾ ਸੀਗਾ। ਰਾਜਕੁਮਾਰ ਭਾਈ ਨੂੰ ਪਤਾ, ਹੁਣ ਇਹ ਇਕੱਲਾ 1 ਮੈਨ ਸ਼ੋ ਕੁਝ ਨਹੀਂ ਕਰ ਸਕਦਾ। ਐਸੋਸੀਏਸ਼ਨ ਫਾਰਮੇਸ਼ਨ ਵਾਸ ਫॉर ਡਿਵੈਲਪਮੈਂਟ, ਨਾਟ ਫॉर ਡਿਸਟਰਕਸ਼ਨ। ਮੈਂ ਤਾਂ ਅਸੀਂ ਤਾਂ ਰੁਚੀ ਨੂੰ ਬੜਾ ਪਿਆਰ ਨਾਲ ਅੱਗੇ ਲੈ ਕੇ ਚੱਲੇ ਹਾਂ, ਅੱਜ ਵੀ ਲੈ ਕੇ ਨਿਕਲਣ ਨੂੰ ਤਿਆਰ ਹਾਂ, ਬਟ ਪੋਜ਼ਿਟਿਵ। ਰਾਜਕੁਮਾਰ ਜੀ ਜਿਹੜੇ ਕਿ ਇਸ PPR ਮਾਲ ਦੇ ਮੈਨੇਜਮੈਂਟ ਦੇ ਕੇਅਰ ਟੇਕਰ ਨੇ। ਰਾਜਕੁਮਾਰ ਜੀ, ਜਿਸ ਤਰ੍ਹਾਂ ਇਹ ਗੱਲਾਂ ਸਾਰੀਆਂ ਚੱਲ ਰਹੀਆਂ, ਬਿਕੋਜ਼ ਇਹ PPR ਮਾਰਕੀਟ ਤੁਹਾਡੀ ਮੈਨੇਜਮੈਂਟ ਵੱਲੋਂ ਡਿਵੈਲਪ ਕੀਤੀ ਗਈ ਹੈ, ਇਹ ਮਾਰਕੀਟ ਜਿਹੜੀ ਹੈ ਜਲੰਧਰ ਨੂੰ ਤੁਹਾਡੀ ਮੈਨੇਜਮੈਂਟ ਦੀ ਦੇਣ ਹੈ, ਤੇ ਕਿਤੇ ਨਾ ਕਿਤੇ ਤੁਹਾਡਾ ਜਿਹੜਾ ਰੋਲ ਹੈ ਇਹ ਸਾਰੇ ਦੁਕਾਨਦਾਰਾਂ ਨਾਲੋਂ ਵੱਧ ਜਾਂਦਾ ਹੈ ਵੀ ਇਹ ਬਿਕੋਜ਼ ਆ ਜਿਹੜੇ ਨਜਾਇਜ਼ ਕਬਜ਼ੇ ਹੋ ਰੱਖੇ ਨੇ, ਨਜਾਇਜ਼ ਵੈਂਡਰਸ ਇੱਥੇ ਜਿਹੜੇ ਕੰਮ ਕਰ ਰਹੇ ਨੇ, ਨਜਾਇਜ਼ ਇੱਥੇ ਲੋਕਾਂ ਨੇ ਕੁਰਸੀਆਂ ਡਾਹੀਆਂ ਹੋਈਆਂ, ਨਜਾਇਜ਼ ਸ਼ਰਾਬ ਪਲਾਈ ਜਾ ਰਹੀ ਹੈ, ਇਹਨਾਂ ਚੀਜ਼ਾਂ ਦੇ ਉੱਪਰ ਤੁਸੀਂ ਅੱਜ ਤੱਕ ਕਿਉਂ ਨਹੀਂ ਪ੍ਰਸ਼ਾਸਨ ਨੂੰ ਕੋਈ ਲਿਖਤ ਕੰਪਲੇਂਟ ਦਿੱਤੀ? ਕੋਈ ਨਹੀਂ, ਅਸੀਂ ਤਾਂ ਅਜੇ ਤੱਕ ਤਾਂ ਨਹੀਂ ਕੋਈ ਦਿੱਤੀ, ਪਰ ਜਿੱਦਾਂ ਦਾ ਮਾਹੌਲ ਬਣਦਾ ਜਾ ਰਿਹਾ ਅਸੀਂ ਇਹਨੂੰ ਕਿਸੇ ਤਰ੍ਹਾਂ ਠੀਕ ਕਰਾਂਗੇ। ਠੀਕ ਹੈ ਜੀ। ਜਿਹੜੇ ਜਿੱਦਾਂ ਹੁਣ ਕੱਲ ਜੋ ਇਨਸੀਡੈਂਟ ਹੋਇਆ, ਜੋ ਛਾਪਾ ਪਿਆ, ਤੇ ਇਹ ਅੱਗੇ ਤੋਂ ਨਹੀਂ ਹੋਣ ਦੇਵਾਂਗੇ। ਅਸੀਂ ਇਹਨਾਂ ਨੂੰ ਸਮਝਾਵਾਂਗੇ ਬਿਠਾ ਕੇ ਕਿ ਇਦਾਂ ਨਾ ਸ਼ਰਾਬ ਪਿਲਾਓ, ਇਹ ਟੇਬਲ ਨਾ ਲਗਾਓ, ਟੇਬਲ ਲਗਾਉਣੇ ਆ ਲਿਮਟ 'ਚ ਲਗਾਓ, ਤੁਸੀਂ ਫੈਮਲੀਆਂ ਬੁਲਾਓ, ਨਾ ਕਿ ਇਹ ਕੰਮ ਕਰੋ। ਠੀਕ ਹੈ ਜੀ। ਇਹਦੇ ਬਾਰੇ ਆਪਾਂ ਪੂਰਾ ਧਿਆਨ ਦੇਵਾਂਗੇ। ਪ੍ਰਧਾਨ ਜੀ, ਲਾਸਟਲੀ ਇੱਕ ਲਾਈਵ ਤੁਹਾਡੇ ਕੋਲੋਂ ਇੱਕ ਪ੍ਰੋਮਿਸ ਅਸੀਂ ਲੈ ਰਹੇ ਹਾਂ
ਕਿਉਂਕਿ ਇਹ ਜਿਹੜੀ ਤੁਸੀਂ ਬਹੁਤ ਵੱਡੇ ਵਾਅਦੇ ਕੀਤੇ ਨੇ ਔਰ ਇਸ ਵਾਅਦਿਆਂ ਤੇ ਤੁਸੀਂ ਖਰੇ ਉਤਰੋਗੇ, ਅਸੀਂ ਉਮੀਦ ਵੀ ਕਰਦੇ ਹਾਂ। ਪਰ ਜਲਦੀ ਹੀ ਅਸੀਂ ਹੌਟ ਨਿਊਜ਼ ਇੰਡੀਆ ਦੀ ਟੀਮ ਇੱਥੇ ਪੀਪੀਆਰ ਮਾਲ ਆਏਗੀ ਰਾਤ ਨੂੰ, ਔਰ ਅਸੀਂ ਉਮੀਦ ਕਰਦੇ ਹਾਂ ਤੁਸੀਂ ਸਾਡੇ ਨਾਲ ਚੱਲੋਗੇ ਔਰ ਕੱਲੀ ਕੱਲੀ ਇੱਥੇ ਦੁਕਾਨ ਦੇ ਵਿੱਚ ਅਸੀਂ ਬਜਾਏ ਐਕਸਾਈਜ਼ ਡਿਪਾਰਟਮੈਂਟ ਦੇ ਪੀਪੀਆਰ ਮਾਲ ਦੇ ਪਦਾਧਿਕਾਰੀ ਚੈੱਕ ਕਰਨ, ਉਸ ਟਾਈਮ ਅਸੀਂ ਤੁਹਾਨੂੰ ਦਿਖਾਵਾਂਗੇ ਵੀ ਜੇ ਸ਼ਰਾਬ ਪੀਤੀ ਜਾ ਰਹੀ ਹੈ ਤੇ ਉਹਨੂੰ ਕਿਉਂ ਨਹੀਂ ਰੋਕਿਆ ਜਾ ਰਿਹਾ। ਤੁਸੀਂ ਸਾਡਾ ਸਾਥ ਦਿਓਗੇ ਉਸ ਟਾਈਮ? ਬਿਲਕੁਲ ਤੁਹਾਡੇ ਨਾਲ ਆਲਵੇਜ਼ ਹਾਂ। ਕੋਈ ਵੀ ਇਹੋ ਜਿਹਾ ਕੰਮ ਜਿਹੜਾ ਗੈਰ ਕਾਨੂੰਨੀ ਹੈ, ਐਸੋਸੀਏਸ਼ਨ ਰਜਿਸਟਰਡ ਪੀਪੀਆਰ ਮਾਰਕੀਟ ਐਸੋਸੀਏਸ਼ਨ ਰਜਿਸਟਰਡ, ਉਹਨੂੰ ਪ੍ਰੋੜਤਾ ਨਹੀਂ ਕਰਦੀ। ਅਸੀਂ ਉਸ ਚੀਜ਼ ਦੇ ਖਿਲਾਫ ਹਾਂ ਔਰ ਖਿਲਾਫ ਰਹਾਂਗੇ। ਬਹੁਤ ਬਹੁਤ ਸ਼ੁਕਰੀਆ ਦੋਸਤੋ, ਤੁਸੀਂ ਸੁਣਿਆ ਜਲੰਧਰ ਦੀ ਪੀਪੀਆਰ ਮਾਲ ਐਸੋਸੀਏਸ਼ਨ ਦੇ ਪਦਾਧਿਕਾਰੀਆਂ ਦਾ ਕੀ ਕਹਿਣਾ ਸੀ। ਸਭ ਤੋਂ ਪਹਿਲੇ ਤੇ ਜਿਹੜੀ ਇਹਨਾਂ ਦੇ ਖਿਲਾਫ ਇੱਕ ਲਿਖਤ ਸ਼ਿਕਾਇਤ ਹੋਈ ਹੈ, ਉਹਨੂੰ ਲੈ ਕੇ ਇਹਨਾਂ ਨੇ ਆਪਣਾ ਪੱਖ ਰੱਖਿਆ ਔਰ ਇਹਦੇ ਨਾਲ ਹੀ ਨਾਲ ਜਿਹੜੇ ਮਾਰਕੀਟ ਦੇ ਵਿੱਚ ਕੁਝ ਦੁਕਾਨਦਾਰਾਂ ਵੱਲੋਂ ਗਲਤ ਔਰ ਨਜਾਇਜ਼ ਕਾਨੂੰਨ ਦੇ ਖਿਲਾਫ ਕੰਮ ਕੀਤੇ ਜਾ ਰਹੇ ਹੈ, ਉਹਦੇ ਖਿਲਾਫ ਵੀ ਇਹਨਾਂ ਨੇ ਇੱਕ ਮੁਹਿੰਮ ਛੇੜਨ ਦਾ ਜਿਹੜਾ ਐਲਾਨ ਕੀਤਾ ਔਰ ਵਾਅਦਾ ਕੀਤਾ ਔਨ ਰਿਕਾਰਡ। ਅਸੀਂ ਉਹਦੇ ਬਾਰੇ ਵੀ ਤੁਹਾਨੂੰ ਦਿਖਾਵਾਂਗੇ ਔਰ ਇਹਨਾਂ ਦੇ ਜਿਹੜੇ ਸ਼ਿਕਾਇਤ ਕਰਤਾ ਹੈ ਇਹ ਸਾਰੇ ਮਾਮਲੇ ਨੂੰ ਲੈ ਕੇ ਉਹਨਾਂ ਦਾ ਕੀ ਕਹਿਣਾ ਉਹ ਵੀ ਅਸੀਂ ਤੁਹਾਨੂੰ ਦਿਖਾਵਾਂਗੇ। ਬਾਕੀ ਫੈਸਲਾ ਤੁਸੀਂ ਕਰਨਾ ਹੈ ਵੀ ਸਹੀ ਕੌਣ ਹੈ ਤੇ ਗਲਤ ਕੌਣ ਹੈ। ਤੁਸੀਂ ਇਸ ਮਾਮਲੇ ਨੂੰ ਦੇਖਦੇ ਰਹੋ, ਅਸੀਂ ਬਣੇ ਰਹੋ ਹੌਟ ਨਿਊਜ਼ ਇੰਡੀਆ ਨਾਲ। ਅਸੀਂ ਜਲਦੀ ਹੀ ਇਹਦਾ ਨਵਾਂ ਅਪਡੇਟ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ। ਨਮਸਕਾਰ।